ਅਗਰ ਆਪਾਂ ਖੁਰਾਕ ਕੁਦਰਤੀ ਢੰਗ ਨਾਲ ਖਾਣੀ ਸ਼ੁਰੂ ਕਰ ਦਈਏ ਤਾਂ ਪਹਿਲੀ ਗੱਲ ਤਾਂ ਤੁਸੀਂ ਬਿਮਾਰ ਹੋਵੋਗੇ ਹੀ ਨਹੀਂ, ਮਰਦੇ ਦਮ ਤੱਕ ਤੰਦਰੁਸਤ ਹੋ ਕੇ ਮਰੋਗੇ ਜੀ। ਚਾਹੇ ਉਹ ਕੈਂਸਰ ਹੈ, ਚਾਹੇ ਸ਼ੂਗਰ ਹੈ, ਚਾਹੇ ਗਠੀਆ ਹੈ, ਚਾਹੇ ਅੰਦਰਾਤਾ ਹੈ, ਚਾਹੇ ਤੁਹਾਡੀ ਦਾੜੀ ਦੇ ਵਾਲ ਚਿੱਟੇ ਹੋਈ ਜਾਂਦੇ ਹੈ, ਠੀਕ ਹੈ, ਚਾਹੇ ਪੱਥਰੀਆਂ, ਚਾਹੇ ਰਸੌਲੀਆਂ, ਕੋਈ ਵੀ ਬਿਮਾਰੀ ਹੈ ਤਾਂ ਉਹਦਾ ਇਲਾਜ 70% ਖੁਰਾਕ 'ਚ ਹੈ। ਲੈ 5 ਚੀਜ਼ਾਂ ਖਾਣੀਆਂ ਬੰਦ ਕਰ ਦਿਓ, ਤੁਹਾਡੀ ਬਿਮਾਰੀ ਅੱਜ ਤੋਂ ਬਾਅਦ ਵਧੂਗੀ ਨਹੀਂ, ਤੇ ਜੇ ਤੁਸੀਂ ਤੰਦਰੁਸਤ ਹੋ ਤੁਹਾਨੂੰ ਕੋਈ ਬਿਮਾਰੀ ਲੱਗੂਗੀ ਨਹੀਂ ਜੀ, ਠੀਕ ਨਹੀਂ। ਤੇ 5 ਚੀਜ਼ਾਂ ਅਸੀਂ ਕਹਿੰਦੇ ਹਾਂ ਹਰ ਇੱਕ ਨੂੰ ਵੀ ਤੁਸੀਂ ਇਹ ਚੀਜ਼ਾਂ ਨਾ ਖਾਓ ਜੀ। ਹੁਣ ਤੇਰਾ ਅਗਲਾ ਸਵਾਲ ਹੋਊਗਾ ਵੀ ਉਹ ਕਿਹੜੀਆਂ 5 ਚੀਜ਼ਾਂ? ਜੀ ਜੀ ਜੀ। ਉਹੀ ਤੇਜ਼ਾਬ ਨੂੰ ਨਾ ਕਾਬੂ ਕਰੋ, ਕੱਲ ਨੂੰ ਜਾ ਕੇ ਉਹਦਾ ਕੈਂਸਰ ਬਣ ਜਾਂਦਾ। ਖਾਣੇ ਵਾਲੀ ਨਾਲੀ ਦੇ ਕਿੰਨੇ ਲੋਕ ਕੈਂਸਰ 'ਚ ਆ ਗਏ ਆ ਜੀ। ਤਾਂ ਕਈ ਵਾਰੀ ਫੂਡ ਪਾਈ ਪਾਉਣੀ ਪੈਂਦੀ ਹੈ, ਮਿਹਦੇ ਦਾ ਕੈਂਸਰ ਹੋ ਜਾਂਦਾ ਹੈ, ਠੀਕ ਹੈ। ਔਰ ਜਿੰਨਾ ਤੇਜ਼ਾਬ ਬਣੂਗਾ ਅਨੇਕਾਂ ਬਿਮਾਰੀਆਂ ਚਮੜੀ ਦੀਆਂ ਤੇ ਗੋਡਿਆਂ ਗਿੱਟਿਆਂ ਦੀਆਂ ਲੱਗਦੀਆਂ, ਵਾਲ ਚਿੱਟੇ ਹੋਈ ਜਾਣਗੇ। ਉਦੋਂ ਮੇਰੀ ਉਮਰ 58 ਸਾਲ ਦੀ ਉਮਰ ਸੀ ਤੇ 6 ਨੰਬਰ ਦੀ ਐਨਕ ਸੀ ਜੀ। ਹੁਣ ਮੈਂ 87 ਸਾਲ ਦਾ ਹਾਂ ਜੀ। ਮੇਰੇ ਐਨਕ ਲੱਗੀ ਵੀ ਆ ਖੁਰਾਕ ਜੀ। ਇਹ ਤਾਂ ਕਿਸੇ ਨੂੰ ਉਦਾਹਰਣ। ਹੁਣ ਮੇਰੇ ਇੱਥੇ ਹਸਪਤਾਲ ਤੁਸੀਂ ਗੇੜਾ ਮਾਰ ਕੇ ਦੇਖ ਲਓ, ਜੀ। ਕੈਂਸਰ ਵਾਲੇ ਮਰੀਜ਼ ਹੈ, ਕਿਡਨੀ ਵਾਲੇ ਫਿਰ ਮਰੀਜ਼ ਹੈ, ਹਾਰਟ ਵਾਲੇ ਆ, ਸ਼ੂਗਰ ਵਾਲੇ ਆ, ਦਿਮਾਗ ਵਾਲੇ ਆ, ਐਨਕਾਂ ਵਾਲੇ ਆ, ਤੇ ਜਿਨ੍ਹਾਂ ਦੇ ਵਾਲ ਜਮੇ ਹੀ ਚਿੱਟੇ ਹੋ ਗਏ, ਕਾਲੇ ਕਰਾਉਣਾ ਉਹ ਹੈ। ਸਾਰਿਆਂ ਨਾਲ ਮੁਲਾਕਾਤ ਕਰ ਲਿਓ। ਹਰੇਕ ਨੂੰ ਇਹੀ ਕਹਿੰਦੇ ਆ ਵੀ 5 ਚੀਜ਼ਾਂ ਨਾ ਖਾਓ। ਜੀ। ਤਾਂ ਸਬਜ਼ੀ ਨੂੰ ਪਹਿਲਾਂ ਧੋਣਾ ਜੀ। ਫਿਰ ਕੱਟਣਾ ਹੈ। ਆਪਾਂ ਕੀ ਕਰਦੇ ਹਾਂ, ਪਹਿਲਾਂ ਕੱਟਦੇ ਹਾਂ ਫਿਰ ਧੋਣੇ ਆ। ਇਹਦਾ ਨੁਕਸਾਨ, ਧਰਤੀ ਮਾਤਾ ਦੀ ਸਾਰੀ ਤਾਕਤ ਸਬਜ਼ੀ 'ਚ ਗਈ। ਜੀ। ਸਬਜ਼ੀ ਨੂੰ ਕੱਟ ਕੇ ਮੈਂ ਜ਼ਖਮੀ ਕਰਤਾ, ਜੀ। ਜ਼ਖਮੀ ਹਾਲ ਛੱਡਤਾ ਉਹਨੂੰ ਪਾਣੀ 'ਚ, ਤਾਂ ਸਾਰੇ ਜ਼ਰੂਰੀ ਤੱਤ ਜਿਹੜੇ ਸਬਜ਼ੀ ਸੀ ਉਹ ਜ਼ਖਮਾਂ ਰਾਹੀਂ ਸਿਮ ਕੇ ਕਿੱਥੇ ਜਾਣਗੇ? ਬਾਹਰ ਹੀ ਪਾਣੀ 'ਚ। ਪਾਣੀ ਕਿੱਥੇ ਜਾਊ? ਡੋਲਦੇ ਆ ਨਾਲੀ 'ਚ। ਤੀਸਰਾ ਪਰਹੇਜ਼ ਹੈ ਕੋਲਡ ਡਰਿੰਕਸ ਤੇ ਡੱਬਾ ਬੰਦ ਜੂਸ, ਇਹ ਨਹੀਂ ਪੀਣਾ। ਜਿੰਨਾ ਆਪਾਂ ਕੋਲਡ ਡਰਿੰਕਸ ਪੀਵਾਂਗੇ ਜਾਂ ਡੱਬਾ ਬੰਦ ਜੂਸ ਪੀ ਜਾਵਾਂਗੇ, ਤੇਜ਼ਾਬ ਫੱਟੇ ਚੱਕੀ ਜਾਊਗਾ। ਜਿਹਦੇ ਇੱਕ ਵਾਰੀ ਜ਼ਖਮ ਬਣ ਗਿਆ ਜ਼ਿੰਦਗੀ ਭਰ ਭਰੂਗਾ ਨਹੀਂ। ਫੂਡ ਪਾਈਪ ਦੇ ਵਿੱਚ, ਫੂਡ ਪਾਈਪ 'ਚ ਦੰਦਾਂ ਨੂੰ ਕੋਲਡ ਡਰਿੰਕਸ ਦੇ ਵਿੱਚ ਰਾਤ ਨੂੰ ਸਿੱਟ ਦਿਓ, ਤੜਕੇ ਨੂੰ ਦੰਦ ਭਾਲ ਕੇ ਦਿਖਾਇਓ। ਇੰਨਾ ਜ਼ਿਆਦਾ ਹੱਡੀ ਨੂੰ ਵੀ ਖਿੱਚ ਖੋਰ ਜਾਂਦਾ ਤੇ ਆ ਜਿਹੜੀਆਂ ਬਰੀਕ ਤੋਂ ਬਰੀਕ ਤਹਿ ਆਪਣੀਆਂ ਮਿਹਦੇ 'ਚ ਜਿਹੜੀਆਂ ਛਿੱਲੀਆਂ ਜਾਂਦੀਆਂ, ਜਿਹਨੂੰ ਕਹਿੰਦੇ ਜ਼ਖਮ ਹੋ ਗਿਆ ਤੇਜ਼ਾਬ, ਇਹ ਕੀ ਕਰੂਗੀ? ਤੁਹਾਡੀ ਲੈਟਰਿਨ ਅਗਰ ਕੋਈ ਗੰਦੀ ਹੈ, ਬਿਲਕੁਲ ਹੀ ਸਾਫ਼ ਨਹੀਂ ਹੋਈ, ਜੀ। ਜੀ ਜੀ ਜੀ। ਉਹ ਤੁਸੀਂ ਕੋਲਡ ਡਰਿੰਕਸ ਦੀ ਬੋਤਲ ਸਿੱਟ ਦਿਓ ਰਾਤ ਨੂੰ, ਤੇ ਤੜਕੇ ਐਂ ਲੱਗੂਗਾ ਵੀ ਇਹ ਨਵੀਂ ਖਰੀਦ ਕੇ ਲਿਆਂਦੀ ਹੈ। ਕੋਲਡ ਡਰਿੰਕਸ ਦੇ ਵਿੱਚ ਕਾਰਬਨ ਡਾਈਆਕਸਾਈਡ, ਜਿਹੜੀ ਨੱਕ 'ਚੋਂ ਰੱਬ ਆਪਾਂ ਨੂੰ ਬਚਾਉਣ ਵਾਸਤੇ ਨੱਕ ਰਾਹੀਂ ਬਾਹਰ ਕੱਢਦਾ ਗੰਦੀ ਹਵਾ, ਜੀ, ਉਹਦੇ 'ਚ ਭਰੀ ਹੁੰਦੀ ਹੈ। ਉਹ ਜਦੋਂ ਆਪਾਂ ਪੀਂਦੇ ਹਾਂ, ਆਪਣਾ ਮਿਹਦਾ ਕਹਿੰਦਾ ਕਿੱਥੇ ਬੇਵਕੂਫ ਦੇ ਅੰਦਰ ਸਿੱਟਤਾ ਵੀ ਇਹ ਤਾਂ ਮਾੜੀ ਚੀਜ਼ ਹੈ, ਉਹ ਢਕਾਰ ਦੇ ਰੂਪ 'ਚ ਬਾਹਰ ਕੱਢ ਦਿੰਦਾ। ਆਪਾਂ ਉਸ ਨੂੰ ਮੰਨ ਲੈਂਦੇ ਆ ਨਜ਼ਾਰਾ ਆ ਗਿਆ। ਸਹੀ ਗੱਲ। ਤੁਸੀਂ ਜਾਂ ਮੈਂ ਦੋਨਾਂ 'ਚੋਂ ਜਿਹੜਾ ਵੀ ਚਾਹ ਪੀਊਗਾ ਉਹ ਮਰਦੇ ਦਮ ਤੱਕ ਸ਼ਾਂਤ ਨਹੀਂ ਰਹੂਗਾ ਇੱਕ ਸਕਿੰਟ ਵਾਸਤੇ ਵੀ। ਚਾਹੇ ਆਪਾਂ ਆਪਦੀ ਅੰਦਰਲੀ ਬੇਚੈਨੀ ਨੂੰ, ਪਰੇਸ਼ਾਨੀ ਨੂੰ ਪ੍ਰਗਟ ਕਰੀਏ ਚਾਹੇ ਨਾ ਕਰੀਏ, ਇੱਕ ਸਕਿੰਟ ਵੀ ਉਹ ਬੰਦਾ, ਉਹ ਬੁੜੀ, ਉਹ ਬੱਚਾ ਸ਼ਾਂਤ ਨਹੀਂ ਰਹੂਗਾ ਜਿਹੜਾ ਚਾਹ ਤੇ ਕੌਫੀ ਪੀਂਦਾ। ਚਾਹ ਦੇ ਵਿੱਚ ਮਰੇ ਹੋਏ ਪਸ਼ੂਆਂ ਦਾ ਲਹੂ ਪੈਂਦਾ ਹੈ। ਅਲੱਗ-ਅਲੱਗ ਕਾਰਖਾਨੇ ਜਾ ਕੇ ਦੇਖ ਲਓ, ਜਿੱਥੇ ਪਸ਼ੂ ਵੱਢੇ ਜਾਂਦੇ ਆ ਉੱਥੇ ਕੀ ਹਾਲ ਹੁੰਦਾ। ਤੇ ਸਬਜ਼ੀ, ਸਲਾਦ, ਫਰੂਟ ਹੋ ਗਿਆ।
ਇਹ ਤਿੰਨੇ ਚੀਜ਼ਾਂ ਨਾਲ ਫੋੜੇ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਹੁੰਦਾ ਹੈ। ਰੋਟੀ ਚਾਹੇ ਸਾਰੀ ਉਮਰ ਨਾ ਖਾਓ, ਜੀ ਸਿਰਫ ਇਹ ਤਿੰਨ ਚੀਜ਼ਾਂ ਨਾਲ ਹੀ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ। ਫੋੜੇ ਤੋਂ ਕੈਂਸਰ, ਜੀ ਚੋਂ ਅੱਜ ਤੇਰੀ ਤੇਜ਼ਾਬ ਵਾਲੀ ਹੈ, ਗੈਸ ਵਾਲੀ ਹੈ, ਇਹ ਤਾਂ ਲੰਡੂ ਬਿਮਾਰੀ ਹੈ। ਇਹਦਾ ਤੁਸੀਂ 15-21 ਦਿਨ ਇਮਾਨਦਾਰੀ ਨਾਲ ਕਰ ਲਓ, ਕੋਲੇ ਅਰਗੇ ਹੋ ਜਾਓਗੇ, ਕਿਸੇ ਡਾਕਟਰ ਕੋਲ ਆਉਣ ਦੀ ਲੋੜ ਹੀ ਨਹੀਂ। ਤਾਂ ਸਬਜ਼ੀ, ਸਲਾਦ, ਫਰੂਟ, ਰੋਟੀ ਸੋੜੇ ਵਾਲੀ, ਜੀ। 4 ਚੀਜ਼ਾਂ ਹਰ ਬੰਦੇ ਨੂੰ ਖਾਣੀਆਂ ਚਾਹੀਦੀਆਂ। ਜੀ 5ਵੀਂ ਦੁੱਧ, ਦਹੀਂ, ਲੱਸੀ। ਪਹਿਲੀ ਗੱਲ ਤਾਂ ਇਹ ਘਰੋਂ ਕੱਢ ਦਿਓ। ਇਹ ਗੱਲ ਸੋਡੇ ਜਾਂ ਸੁਣਨ ਵਾਲਿਆਂ ਦੇ ਹਜਮ ਨਹੀਂ ਆਉਣੀ। ਨਹੀਂ ਆਉਣੀ ਜੀ। ਇਹ ਤਾਂ ਗੱਲ ਤੇ ਸੱਚਮੁੱਚ ਹੀ ਹੈਰਾਨ ਕਰਤਾ, ਕਿਉਂ ਕਿਤੇ ਤਾਂ ਅਸੀਂ ਕਿੰਨੇ ਘਰ ਮੱਝ ਵੀ ਇਹ ਸੋਚ ਕੇ ਰੱਖਦੇ ਨੇ ਵੀ ਘਰ ਦਾ ਦੁੱਧ ਹੈਗਾ, ਚਾਹੇ ਕਿੰਨੇ ਹੀ ਔਖੇ ਹੋਈ ਜਾਣ। ਠੀਕ ਹੈ ਨਹੀਂ, ਕਿਉਂਕਿ ਇਹ 'ਚ 13ਵਾਂ ਰਤਨ ਗਿਣਿਆ ਗਿਆ। ਜੀ 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 ਜੀ। ਇਹ 'ਚ ਕੈਲਸ਼ੀਅਮ ਹੁੰਦੀ ਹੈ, ਇਹ 'ਚ ਪ੍ਰੋਟੀਨ ਹੁੰਦੀ ਹੈ, ਇਹ ਹੱਡੀਆਂ ਵਾਸਤੇ ਜ਼ਰੂਰੀ ਹੈ, ਇਹ ਮੱਲਾਂ ਵਾਸਤੇ ਜ਼ਰੂਰੀ ਹੈ। ਠੀਕ ਹੈ ਨਹੀਂ, ਤੇ ਸਭ ਕੁਝ ਰੱਜ ਭਿੱਜ ਕੇ ਵੀ ਅਖੀਰ 'ਚ ਚਾਹੇ ਲੋੜ ਹੈ ਨਹੀਂ ਪੈਣ ਲੱਗੇ ਦੁੱਧ ਪੀ ਜਾਂਦੇ ਆ। ਸਹੀ ਗੱਲ ਹੈ। ਨਵੀਆਂ ਖੋਜਾਂ ਮੁਤਾਬਕ ਇਹ ਨਿਰੀ ਮੌਤ ਹੈ, ਦੁੱਧ ਸਾਰਿਆਂ ਵਾਸਤੇ ਜ਼ਹਿਰ ਹੈ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋ ਬੋਲੀ ਹੌਲੀ ਬਾਬਾ ਦੇ ਨਾਲ ਤੇ ਮੈਂ ਜਗਦੀਪ ਸਿੰਘ। ਦੋਸਤੋ, ਬਹੁਤ ਤਰੱਕੀ ਹੋ ਗਈ, ਚਾਹੇ ਆਪਾਂ ਮਸ਼ੀਨਰੀ 'ਚ ਕਰ ਲਈਏ, ਚਾਹੇ ਆਪਾਂ ਦਵਾਈਆਂ ਦੇ 'ਚ ਕਰ ਲਈਏ। ਬਿਮਾਰੀਆਂ ਨੇ ਪਰ ਉਹ ਫੇਰ ਵੀ ਨਹੀਂ ਘਟ ਰਹੀਆਂ। ਜੇ ਆਪਾਂ ਬਿਮਾਰੀਆਂ ਦੀ ਗੱਲ ਕਰ ਲਈਏ, ਹਰੇਕ ਘਰ ਦੇ ਵਿੱਚ ਬੱਚੇ ਤੋਂ ਲੈ ਕੇ ਬੁੱਢੇ ਤੱਕ ਬਿਮਾਰੀਆਂ ਨੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਆਪਣਾ ਘਰ ਕਰੀ ਬੈਠੀਆਂ ਨੇ। ਤੇ ਜੇ ਇਹਨਾਂ ਦੇ ਇਲਾਜ ਦੀ ਗੱਲ ਕਰ ਲਈਏ, ਇਲਾਜ ਦੇ ਵਿੱਚ ਆਪਾਂ ਪਹਿਲਾਂ ਅੰਗਰੇਜ਼ੀ ਦਵਾਈਆਂ ਵੀ ਵਰਤ ਕੇ ਦੇਖੀਆਂ, ਉਸ ਤੋਂ ਬਾਅਦ ਫਿਰ ਆਪਾਂ ਦੇਸੀ ਦਵਾਈਆਂ ਦੇ ਵੱਲ ਵੀ ਹੋਏ, ਫਿਰ ਆਪਾਂ ਹੋਮਿਓਪੈਥੀ ਦੇ ਵੱਲ ਵੀ ਹੋਏ। ਦਵਾਈਆਂ ਦੇ ਹਸਪਤਾਲਾਂ ਦੇ ਢੇਰ ਲੱਗ ਗਏ, ਘਰਾਂ ਦੇ ਵਿੱਚ ਵੀ ਦਵਾਈਆਂ ਦੇ ਢੇਰ ਲੱਗ ਗਏ। ਪਰ ਇਲਾਜ ਸੀ ਜਿਹੜਾ ਹੋਣ ਦੀ ਥਾਂ ਬਿਮਾਰੀਆਂ ਵਧੀ ਗਈਆਂ। ਚਾਹੇ ਬਿਮਾਰੀ ਕੋਈ ਵੀ ਲੈ ਲਓ, ਇਲਾਜ ਹੋਣ ਦੀ ਥਾਂ 'ਤੇ ਬਿਮਾਰੀਆਂ ਦਾ ਵਾਧਾ ਹੋਈ ਗਿਆ, ਹਸਪਤਾਲਾਂ ਦਾ ਵਾਧਾ ਹੋਈ ਗਿਆ। ਇਲਾਜ ਕਿਉਂ ਨਹੀਂ ਹੋਏ, ਉਹਦੇ ਸੰਬੰਧੀ ਗੱਲਬਾਤ ਕਰਾਂਗੇ। ਤੇ ਇਹਦਾ ਆਖਰ ਨੂੰ ਇਲਾਜ ਹੈ ਕਿੱਥੇ ਇਹ ਬਿਮਾਰੀਆਂ ਦਾ? ਕਿਤੇ ਸਾਡੇ ਘਰ ਦੇ ਵਿੱਚ ਹੀ ਤਾਂ ਨਹੀਂ ਇਲਾਜ ਪਿਆ? ਉਹਦੇ ਸੰਬੰਧੀ ਗੱਲਬਾਤ ਕਰਾਂਗੇ। ਉਸ ਸੰਬੰਧੀ ਅੱਜ ਅਸੀਂ ਪਹੁੰਚਾਂਗੇ ਭਦੌੜ ਵਿਖੇ, ਜਿੱਥੇ ਕਿ ਸਾਡੇ ਨਾਲ ਨੇ ਡਾਕਟਰ ਗੁਰਮੇਲ ਸਿੰਘ, ਜਿਹੜੇ ਕਿ CMO ਰਿਟਾਇਰ ਨੇ। ਤੇ ਅਸੀਂ ਪਹੁੰਚਾਂਗੇ ਉਹਨਾਂ ਦੇ ਇੱਥੇ ਹਸਪੀਟਲ ਦੇ ਵਿੱਚ, ਪੰਜਾਬ ਨੈਚੁਰੋਪੈਥੀ ਯੋਗਾ ਹਸਪੀਟਲ ਭਦੌੜ ਦੇ ਵਿੱਚ। ਡਾਕਟਰ ਸਾਹਿਬ ਨਾਲ ਕਰਾਂਗੇ ਗੱਲਬਾਤ ਕਿ ਆਖਰ ਇਲਾਜ ਹੈ ਕਿੱਥੇ ਆ। ਡਾਕਟਰ ਸਾਹਿਬ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਛੋਟੇ ਵੀਰ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਚੈਨਲ ਤੇ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸਵਾਗਤ ਹੈ ਬੇਟਾ, ਤੁਹਾਡਾ ਕਰਨਾ ਚਾਹੀਦਾ। ਤੁਹਾਡੇ ਮਨ 'ਚ ਪ੍ਰੇਰਨਾ ਜਾਗੀ ਹੈ ਕਿ ਤੰਦਰੁਸਤ ਬਿਮਾਰ ਬੰਦਿਆਂ ਨੂੰ ਤੰਦਰੁਸਤੀ ਵੱਲ ਕਿਵੇਂ ਲਿਜਾਈਏ। ਲੱਖਾਂ ਲੋਕਾਂ ਦੇ ਘਰਾਂ 'ਚ ਤੁਸੀਂ ਸੁਨੇਹਾ ਪਹੁੰਚਾਓਗੇ, ਤਾਂ ਧੰਨਵਾਦ ਤਾਂ ਤੁਹਾਡੀ ਉੱਚੀ ਸੋਚ ਦਾ ਬੇਟਾ। ਜੀ ਜੀ। ਹਾਂਜੀ ਡਾਕਟਰ ਸਾਹਿਬ, ਜੇ ਮੈਂ ਸ਼ੁਰੂ ਦੇ ਵਿੱਚ ਵੀ ਬੋਲਿਆ ਕਿ ਅੰਗਰੇਜ਼ੀ ਦਵਾਈਆਂ ਵੀ ਖਾ ਕੇ ਦੇਖ ਲਈਆਂ, ਉਸ ਤੋਂ ਬਾਅਦ ਅਸੀਂ ਦੇਸੀ ਦਵਾਈਆਂ ਦੇ ਵੱਲ, ਆਯੁਰਵੈਦ ਦੇ ਵੱਲ ਵੀ ਹੋ ਗਏ, ਫਿਰ ਹੋਮਿਓਪੈਥੀ ਦੇ ਵੱਲ ਵੀ ਹੋ ਗਏ। ਇਲਾਜ ਨੇ ਸਾਡੀਆਂ ਬਿਮਾਰੀਆਂ ਦੇ ਹੋਏ ਨਹੀਂ ਹੈਗੇ, ਤਾਂ ਇਲਾਜ ਫਿਰ ਆਖਰ ਪਿਆ ਕਿੱਥੇ ਸੀ? ਦੇਖੋ, ਤੁਸੀਂ ਜ਼ਿਕਰ ਕੀਤਾ ਕਿ ਐਲੋਪੈਥੀ ਦਾ ਵੀ ਇਲਾਜ ਕਰਾ ਲਿਆ, ਜੀ ਆਯੁਰਵੇਦ ਦਾ ਵੀ ਕਰਾ ਲਿਆ, ਹੋਮੋਪੈਥੀ ਦਾ ਵੀ ਕਰਾ ਲਿਆ, ਤੇ ਬਿਮਾਰੀਆਂ ਫੇਰ ਵੀ ਕਿਉਂ ਵੱਧ ਰਹੀਆਂ ਨੇ? ਜੀ ਜੀ ਤੇ ਇਹਦੇ 'ਚ ਨਾ ਤਾਂ ਐਲੋਪੈਥੀ 'ਚ ਕੋਈ ਘਾਟ ਹੈ, ਜੀ ਨਾ ਹੀ ਆਯੁਰਵੇਦ 'ਚ ਘਾਟ ਹੈ, ਨਾ ਹੀ ਹੋਮੋਪੈਥੀ 'ਚ ਘਾਟ ਹੈ। ਜੀ। ਤਿੰਨੇ ਇਲਾਜ ਅਗਰ ਫੇਲ ਹੋ ਗਏ ਤਾਂ ਸਾਰੀ ਘਾਟ ਆਪਣੇ ਲਾਈਫ ਸਟਾਈਲ 'ਚ ਤੇ ਆਪਣੀ ਖੁਰਾਕ 'ਚ ਹੈ। ਜੀ ਜੀ। ਖੁਰਾਕ ਤਾਂ ਮਰੀਜ਼ ਨੇ ਬਿਮਾਰ ਨਹੀਂ ਦਿੱਤਾ ਤੇ ਉਸਨੇ ਖੁਦ ਖਾਣੀ ਹੈ। ਉਹ ਅਸੀਂ ਮਾੜੀ ਖਾਈ ਜਾਈਏ ਤੇ ਕਾਬਲ ਤੋਂ ਕਾਬਲ ਡਾਕਟਰ, ਐਲੋਪੈਥ, ਆਯੁਰਵੇਦ, ਹੋਮੋਪੈਥ ਕੋਲੇ ਜਾਓ ਤਾਂ ਇਲਾਜ ਤਾਂ ਕੁਦਰਤੀ ਤੌਰ 'ਤੇ ਫੇਲ ਹੋਣਗੇ। ਤਾਂ ਕਾਰਨ ਸਾਰਾ ਜਿਹੜਾ ਹੈ ਆਪਣੇ ਲਾਈਫ ਸਟਾਈਲ 'ਚ, ਜਿਉਂਦੇ ਰਹਿਣ ਦੇ ਢੰਗ 'ਚ ਤੇ ਆਪਣੀ ਖੁਰਾਕ 'ਚ ਹੈ। ਅਗਰ ਆਪਾਂ ਖੁਰਾਕ ਕੁਦਰਤੀ ਢੰਗ ਨਾਲ ਖਾਣੀ ਸ਼ੁਰੂ ਕਰ ਦਈਏ ਤਾਂ ਪਹਿਲੀ ਗੱਲ ਤਾਂ ਤੁਸੀਂ ਬਿਮਾਰ ਹੋਵੋਗੇ ਹੀ ਨਹੀਂ, ਮਰਦੇ ਦਮ ਤੱਕ ਤੰਦਰੁਸਤ ਹੋ ਕੇ ਮਰੋਗੇ। ਜੀ ਜੀ। ਕਿਸੇ ਕਾਰਨ ਕਾਰੇ ਬਿਮਾਰੀ ਲੱਗ ਵੀ ਗਈ ਤਾਂ ਜਿੰਨੇ ਵੀ ਕਾਬਲ ਡਾਕਟਰਾਂ ਦੇ ਇਲਾਜ ਹੈ, ਹੋਮੋਪੈਥੀ, ਆਯੁਰਵੇਦ ਤੇ ਐਲੋਪੈਥੀ, ਕਾਮਯਾਬ ਹੋ ਜਾਣਗੇ।
ਤਾਂ ਅਗਰ ਬਿਮਾਰੀਆਂ ਤੋਂ ਬਚਣਾ ਹੈ, ਫੋੜੇ ਤੋਂ ਲੈ ਕੇ ਕੈਂਸਰ ਤੱਕ, ਜੀ ਸਿਰ ਤੋਂ ਲੈ ਕੇ ਪੈਰਾਂ ਤੱਕ, ਜੀ ਚਾਹੇ ਤੁਹਾਨੂੰ ਕਿਸੇ ਬਿਮਾਰੀ ਦਾ ਪਤਾ ਲੱਗ ਗਿਆ ਤੇ ਚਾਹੇ ਤੁਹਾਨੂੰ ਹਜੇ ਨਹੀਂ ਪਤਾ ਲੱਗਿਆ, ਜੀ ਅਗਰ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਆਪਦੀ ਖੁਰਾਕ ਨੂੰ ਸੁਧਾਰ ਲਵੋ। ਜੀ ਜੇ ਬਿਮਾਰੀਆਂ ਲੱਗ ਗਈਆਂ ਤੇ ਸਾਰੀ ਉਮਰ ਅਗਰ ਤੁਸੀਂ ਬਿਮਾਰੀਆਂ ਦਾ ਇਲਾਜ ਪੱਕਾ ਕਰਨਾ ਹੈ, ਚਾਹੇ ਉਹ ਕੈਂਸਰ ਹੈ, ਚਾਹੇ ਸ਼ੂਗਰ ਹੈ, ਚਾਹੇ ਗਠੀਆ ਹੈ, ਚਾਹੇ ਅੰਧਰਾਤਾ ਹੈ, ਚਾਹੇ ਤੁਹਾਡੀ ਦਾੜੀ ਦੇ ਵਾਲ ਚਿੱਟੇ ਹੋਈ ਜਾਂਦੇ ਆ, ਜੀ ਠੀਕ ਹੈ, ਚਾਹੇ ਪੱਥਰੀਆਂ, ਚਾਹੇ ਰਸੌਲੀਆਂ, ਕੋਈ ਵੀ ਬਿਮਾਰੀ ਹੈ ਤਾਂ ਉਹਦਾ ਇਲਾਜ 70% ਖੁਰਾਕ 'ਚ ਹੈ। ਜੀ ਉਹਦੇ ਵਿੱਚ ਮੈਂ ਇੱਕੋ ਹੀ ਗੱਲ ਕਹੂੰਗਾ, ਚਾਹੇ ਉਹ ਫੋੜੇ ਦੀ ਬਿਮਾਰੀ ਲੈ ਲਾ, ਚਾਹੇ ਕੈਂਸਰ ਦੀ, ਚਾਹੇ ਤੇਜ਼ਾਬ ਦੀ, ਚਾਹੇ ਪੱਥਰੀਆਂ ਦੀ, ਚਾਹੇ ਰਸੌਲੀ ਦੀ, ਚਾਹੇ ਦਿਮਾਗੀ, ਚਾਹੇ ਨਸ਼ੇੜੀਆਂ ਦੀ, ਕੋਈ ਗੱਲ ਕਰ ਲਾ। ਹਰ ਬੰਦੇ ਨੂੰ 5 ਚੀਜ਼ਾਂ ਆਪਦੇ ਢਿੱਡ 'ਚ ਅੱਜ ਤੋਂ ਬਾਅਦ ਨਹੀਂ ਪੈਣ ਦੇਣੀਆਂ ਚਾਹੀਦੀਆਂ। ਜੀ ਇਹ ਖੁਰਾਕ ਦੀ ਗੱਲ ਹੈ। ਜੀ ਜੀ ਅਗਰ ਤੁਸੀਂ 5 ਚੀਜ਼ਾਂ ਬੰਦ ਕਰ ਦਿੰਦੇ ਹੋ ਜੀ ਤੇ ਤੁਸੀਂ ਹੈਗੇ ਤੰਦਰੁਸਤ, ਜੀ ਤਾਂ ਤੁਹਾਨੂੰ ਕੋਈ ਬਿਮਾਰੀ ਲੱਗੂਗੀ ਨਹੀਂ ਸਾਰੀ ਉਮਰ। ਜੀ ਮੰਨ ਲਓ ਤੁਹਾਨੂੰ ਲੱਗ ਗਈ, ਤੁਸੀਂ ਘਿਰ ਗਏ ਤੇ 5 ਚੀਜ਼ਾਂ ਤੁਸੀਂ ਖਾਣੀਆਂ ਅੱਜ ਤੋਂ ਹੀ ਛੱਡ ਦੇਵੋ, ਜੀ ਤੁਹਾਡੀ ਬਿਮਾਰੀ ਅੱਜ ਤੋਂ ਬਾਅਦ ਵਧੂਗੀ ਨਹੀਂ। ਜੀ ਚਾਹੇ ਕੋਈ ਬਿਮਾਰੀ ਹੈ, ਕਰੋੜਾਂ ਬਿਮਾਰੀਆਂ ਹਰ ਇੱਕ ਬੰਦੇ ਨੂੰ, ਸਰੀਰਕ ਮਾਨਸਿਕ, ਲੈ 5 ਚੀਜ਼ਾਂ ਖਾਣੀਆਂ ਬੰਦ ਕਰ ਦਿਓ, ਤੁਹਾਡੀ ਬਿਮਾਰੀ ਅੱਜ ਤੋਂ ਬਾਅਦ ਵਧੂਗੀ ਨਹੀਂ। ਤੇ ਜੇ ਤੁਸੀਂ ਤੰਦਰੁਸਤ ਹੋ, ਤੁਹਾਨੂੰ ਕੋਈ ਬਿਮਾਰੀ ਲੱਗੂਗੀ ਨਹੀਂ, ਜੀ ਠੀਕ ਨਹੀਂ। ਤੇ 5 ਚੀਜ਼ਾਂ ਅਸੀਂ ਕਹਿੰਦੇ ਹਾਂ ਹਰ ਇੱਕ ਨੂੰ ਵੀ ਤੁਸੀਂ ਇਹ ਚੀਜ਼ਾਂ ਨਾ ਖਾਓ। ਜੀ ਜੀ ਹੁਣ ਤੇਰਾ ਅਗਲਾ ਸਵਾਲ ਹੋਊਗਾ ਵੀ ਉਹ ਕਿਹੜੀਆਂ 5 ਚੀਜ਼ਾਂ? ਜੀ 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 ਕੁਦਰਤੀ ਗੱਲ ਜੀ ਹੋਊਗੀ। ਜੀ ਤਾਂ ਉਹ 5 ਚੀਜ਼ਾਂ 'ਚ ਮੈਂ ਕਹੂੰਗਾ ਵੀ ਖੰਡ ਤੇ ਖੰਡ ਦੀ ਬਣੀ ਹੋਈ ਕੋਈ ਵੀ ਚੀਜ਼ ਕਿਸੇ ਵੀ ਬੰਦੇ ਨੂੰ ਮਰਦੇ ਦਮ ਤੱਕ ਨਹੀਂ ਖਾਣੀ ਚਾਹੀਦੀ। ਜੀ ਹੁਣ 470 ਬਿਮਾਰੀਆਂ ਚਾਹ ਇਹਦੇ ਨਾਲ ਲੱਗਦੀਆਂ, ਖੰਡ ਦੇ ਨਾਲ। ਜੀ ਕਿਸੇ ਦੇ ਹਿੱਸੇ 'ਚ ਕੋਈ ਆ ਜਾਂਦੀ ਹੈ, ਕਿਸੇ 'ਚ ਕੋਈ ਆ ਜਾਂਦੀ ਹੈ। ਤੁਸੀਂ ਮੂਹਰੇ 'ਚ ਗੱਲਾਂ ਕਰ ਰਹੀ ਤੇਜ਼ਾਬ, ਤੇ ਤੇਜ਼ਾਬ ਨੂੰ ਸਭ ਤੋਂ ਜ਼ਿਆਦਾ ਪੈਦਾ ਕਰਨ ਵਾਲੀ ਖੰਡ ਹੀ ਹੈ। ਜੀ ਡਾਕਟਰ ਸਾਹਿਬ, ਮੈਂ ਤੁਹਾਡਾ ਸਵਾਲ ਕੱਟਦਾ ਜਵਾਬ ਤੇ ਤੇਜ਼ਾਬ ਆ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਬਣਿਆ ਪਿਆ ਹੈਗਾ। ਜੇ ਕਹਿ ਲਈਏ ਵੀ ਸਵੇਰੇ ਉੱਠਣ ਸਾਰ ਹੀ ਤੇਜ਼ਾਬ ਬਣਦਾ ਹੈਗਾ, ਵੀ ਇਹਦਾ ਇਲਾਜ ਵੀ? ਤੁਹਾਨੂੰ ਮੈਂ ਉਹੀ ਦੱਸ ਰਿਹਾ ਸੀ ਵੀ ਤੇਜ਼ਾਬ ਇੱਕ ਬਿਮਾਰੀ ਦਾ ਨਾਮ ਹੈ, ਜੀ ਜਿਹੜੀ ਕਿ ਲੰਡੂ ਬਿਮਾਰੀ ਹੈ। ਜੀ ਜਦੋਂ ਕੈਂਸਰ ਦੀ ਬਿਮਾਰੀ ਦਾ ਇਲਾਜ ਪਰਹੇਜ਼ ਤੇ ਖੁਰਾਕ ਨਾਲ, ਉਹਦੇ ਤੇਜ਼ਾਬ ਤਾਂ ਗੱਲ ਚੀਜ਼ ਹੀ ਕੁਛ ਨਹੀਂ ਹੈ, ਜੀ ਜੀ ਠੀਕ ਨਹੀਂ। ਤੇਜ਼ਾਬ ਬਣਨ ਦੇ ਕਿੰਨੇ ਹੀ ਕਾਰਨ ਹੈ, ਪਰ ਉਹਨਾਂ ਕਾਰਨਾਂ 'ਚੋਂ ਜਿਹੜਾ ਵੱਡੇ ਕਾਰਨ ਹੈ ਕਿ ਉਹ ਸਾਰੀ ਉਮਰ ਬਣੇ ਹੀ ਨਾ, ਜੀ ਤੇ ਮੈਂ ਬਣ ਵੀ ਗਿਆ, ਤੇ ਇਹਦੋਂ ਛੁਟਕਾਰਾ ਕਿਵੇਂ ਪਾਵਾਂ? ਹੁਣ ਤੇਜ਼ਾਬ ਦੀ ਬਿਮਾਰੀ ਹੈ, ਅਸੀਂ ਕਹਿ ਦਿੰਦੇ ਜੀ ਗੈਸਟਰਾਈਟਿਸ ਹੋ ਗਿਆ। ਉਹ ਕੀ ਹੁੰਦੀ ਹੈ ਜੀ? ਅਸੀਂ ਕਹਾਂਗੇ ਭਾਈ ਤੇਰੀ ਖਾਣੇ ਵਾਲੀ ਨਾਲੀ ਹੈ, ਇੱਥੋਂ ਗਲ ਤੋਂ ਲੈ ਕੇ ਥੱਲੇ ਤੱਕ ਜਾਂਦੀ ਹੈ, ਇਹਨੂੰ ਈਸੋਫੇਗਸ ਕਹਿੰਦੇ ਆ, ਫੂਡ ਪਾਈਪ ਕਹਿੰਦੇ ਆ, ਜੀ ਵੀ ਇਹਦੀ ਅੰਦਰਲੀ ਢਿੱਲੀ ਛਿੱਲੀ ਗਈ। ਜੀ ਫਿਰ ਮਿਹਦਾ ਹੈ ਜਿਹਨੂੰ ਸਟੋਮਕ ਕਹਿ ਦਿੰਦੇ ਆਪਾਂ, ਜੀ ਇਹਦੇ ਅੰਦਰ ਵੀ ਇੱਕ ਅੰਦਰਲੀ ਲੇਅਰ ਹੁੰਦੀ ਹੈ, ਠੀਕ ਹੈ, ਉਹ ਛਿੱਲੀ ਜਾਂਦੀ ਹੈ, ਜ਼ਖਮ ਹੋ ਜਾਂਦਾ ਹੈ, ਤੇਜ਼ਾਬ ਬਣ ਜਾਂਦਾ ਹੈ। ਉਹੀ ਤੇਜ਼ਾਬ ਨੂੰ ਨਾ ਕਾਬੂ 'ਚ ਕਰੋ, ਕੱਲ੍ਹ ਨੂੰ ਜਾ ਕੇ ਉਹਦਾ ਕੈਂਸਰ ਬਣ ਜਾਂਦਾ। ਖਾਣੇ ਵਾਲੀ ਨਾਲੀ ਦੇ ਕਿੰਨੇ ਲੋਕ ਕੈਂਸਰ 'ਚ ਆ ਗਏ ਆ, ਜੀ ਤਾਂ ਕਈ ਵਾਰੀ ਫੂਡ ਪਾਈਪ ਪਾਉਣੀ ਪੈਂਦੀ ਹੈ, ਮਿਹਦੇ ਦਾ ਕੈਂਸਰ ਹੋ ਜਾਂਦਾ ਹੈ, ਠੀਕ ਹੈ। ਔਰ ਜਿੰਨਾ ਤੇਜ਼ਾਬ ਬਣੂਗਾ, ਅਨੇਕਾਂ ਬਿਮਾਰੀਆਂ ਚਮੜੀ ਦੀਆਂ ਤੇ ਗੋਡਿਆਂ ਗਿੱਟਿਆਂ ਦੀਆਂ ਲੱਗਦੀਆਂ, ਵਾਲ ਚਿੱਟੇ ਹੋਈ ਜਾਣਗੇ, ਦਿਮਾਗ ਹਰ ਵੇਲੇ ਮੱਚਾ ਸੜਿਆ ਰਹੂਗਾ, ਖਿਝਿਆ ਰਹੂਗਾ। ਫਿਰ ਵੀ ਬੰਦਾ ਧਿਆਨ ਨਹੀਂ ਦਿੰਦਾ, ਦਵਾਈਆਂ ਵੀ ਖਾਈ ਜਾਂਦਾ ਹੈ, ਜ਼ਖਮ ਦੇ ਜ਼ਖਮ ਵਧਾਈ ਜਾਂਦੇ ਹਾਂ, ਦਵਾਈਆਂ ਨਾਲ ਅਸੀਂ ਦੱਬੀ ਜਾਂਦੇ, ਤੇ ਫਿਰ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਜੀ ਖੂਨ ਦੇ ਵਿੱਚ ਆ ਗਿਆ ਤੇ ਉਹੀ ਖੂਨ ਦਾ ਕੈਂਸਰ ਵੀ ਬਣ ਜਾਂਦਾ, ਤੇ ਨਾਲੀਆਂ ਫੜ ਜਾਂਦੀਆਂ। ਅਸੀਂ ਕਹਿੰਦੇ ਪਈ ਇਹਦੇ ਗਲ 'ਚ ਟਿਊਬਾਂ ਪਾ ਦਿਓ, ਜੀ ਕਾਹਦੀਆਂ ਕਿੰਨੀਆਂ ਬਿਮਾਰੀ ਬਣ ਜਾਂਦੀਆਂ ਇਕੱਲੇ ਤੇਜ਼ਾਬ ਦੀਆਂ। ਤੇਜ਼ਾਬ ਤੋਂ ਜੀ ਤਾਂ ਤੁਹਾਡਾ ਟੌਪਿਕ ਚਾਹੇ ਤੇਜ਼ਾਬ ਹੈ, ਮੇਰੇ ਕਹਿਣ ਦਾ ਵੀ ਤੇਜ਼ਾਬ ਤੋਂ ਬਿਨਾਂ ਹੋਰ ਵੀ ਕੋਈ ਬਿਮਾਰੀ ਹੈ, ਇਹ ਸਾਰੀਆਂ ਚੀਜ਼ਾਂ ਨਾ ਲੱਗਣ, ਅਗਰ ਲੱਗ ਗਈਆਂ ਤੇ ਬਦਲਣਾ, ਜੀ ਤੇ 5 ਚੀਜ਼ਾਂ ਖਾਣੀਆਂ ਬੰਦ ਕਰ ਦਿਓ। ਜੀ ਹੁਣ ਤੁਹਾਡਾ ਟੌਪਿਕ ਤੇਜ਼ਾਬ ਤੇ, ਮੈਂ ਕਹੂੰਗਾ ਕਾਕਾ 5 ਚੀਜ਼ਾਂ ਨਾ ਖਾਓ। ਜੀ ਕੱਲ੍ਹ ਨੂੰ ਕੈਂਸਰ ਵਾਲਾ ਬੰਦਾ ਆ ਜਾਊਗਾ, ਕੀ ਕਰੀਏ? ਲੈ ਬਈ 5 ਚੀਜ਼ਾਂ ਨਾ ਖਾ। ਸ਼ੂਗਰ ਵਾਲੇ ਆ ਗਏ, ਕਿਡਨੀ ਵਾਲੇ ਆ ਗਏ,
ਜੀ ਸਾਡੇ ਡਾਇਲਿਸਿਸ ਹੋਈ ਜਾਂਦੇ ਆ, ਜੀ ਕੀ ਕੀਤਾ ਜਾਵੇ? ਡਾਕਟਰ ਕਹਿੰਦੇ ਗੁਰਦੇ ਦਾ ਭਾਈ 5 ਚੀਜ਼ਾਂ ਛੱਡ ਦੇ। ਜੀ ਜੀ ਲੋ ਜੀ ਮੇਰੀਆਂ ਤਾਂ ਐਨਕਾਂ ਲੱਗ ਗਈਆਂ ਡਾਕਟਰ ਸਾਹਿਬ, ਐਨਕਾਂ ਵੀ ਲੱਗ ਗਈਆਂ ਤੇ ਉਹ ਕੀ ਪਾਉਂਦੇ ਉਹਨੇ ਅੱਖਾਂ ਦੇ ਵਿੱਚ, ਨਾਂ ਭੁੱਲ ਗਿਆ, ਚਲੋ ਮੈਂ ਹੁਣ ਕੀ ਲੈਂਜ ਵਗੈਰਾ, ਜੀ 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 ਠੀਕ ਹੈ। ਜੀ ਕੀ ਕੀਤਾ ਜਾਵੇ? ਭਾਈ 5 ਛੱਡ ਦੇ। ਜੀ ਕੀ ਜੀ ਮੇਰੀਆਂ ਐਨਕਾਂ ਉਤਰ ਜਾਣਗੀਆਂ? ਹਾਂ ਭਾਈ ਉਤਰ ਜਾਣਗੀਆਂ। ਮੈਂ ਜਦੋਂ ਰਿਟਾਇਰ ਹੋਇਆ ਸੀ ਜੀ ਉਦੋਂ ਮੇਰੀ ਉਮਰ 58 ਸਾਲ ਦੀ ਉਮਰ ਸੀ ਤੇ 6 ਨੰਬਰ ਦੀ ਐਨਕ ਸੀ। ਜੀ ਹੁਣ ਮੈਂ 87 ਸਾਲ ਦਾ ਹਾਂ, ਜੀ ਮੇਰੇ ਐਨਕ ਲੱਗੀ ਵੀ ਹੈ ਖੁਰਾਕ। ਜੀ ਇਹ ਤਾਂ ਕਿਸੇ ਨੂੰ ਉਦਾਹਰਣ, ਹੁਣ ਮੇਰੇ ਇੱਥੇ ਹਸਪਤਾਲ ਤੁਸੀਂ ਗੇੜਾ ਮਾਰ ਕੇ ਦੇਖ ਲਓ, ਜੀ ਕੈਂਸਰ ਵਾਲੇ ਮਰੀਜ਼ ਹੈ, ਕਿਡਨੀ ਵਾਲੇ ਮਰੀਜ਼ ਹੈ, ਹਾਰਟ ਵਾਲੇ ਆ, ਸ਼ੂਗਰ ਵਾਲੇ ਆ, ਦਿਮਾਗ ਵਾਲੇ ਆ, ਐਨਕਾਂ ਵਾਲੇ ਆ, ਤੇ ਜਿਨ੍ਹਾਂ ਦੇ ਵਾਲ ਜਮੇ ਹੀ ਚਿੱਟੇ ਹੋ ਗਏ, ਕਾਲੇ ਕਰਾਉਣਾ ਹੈ ਉਹ ਹੈ। ਸਾਰਿਆਂ ਨਾਲ ਮੁਲਾਕਾਤ ਕਰ ਲਓ। ਜੀ ਹਰੇਕ ਨੂੰ ਇਹੀ ਕਹਿੰਦੇ ਆ ਵੀ 5 ਚੀਜ਼ਾਂ ਨਾ ਖਾਓ। ਜੀ ਜੇ ਤੁਹਾਡਾ ਟੌਪਿਕ ਇਕੱਲਾ ਤੇਜ਼ਾਬ ਦਾ ਹੈ, ਤਾਂ 5 ਚੀਜ਼ਾਂ ਕਿਰਪਾ ਕਰਕੇ ਛੱਡ ਦੇਵੋ। ਜੀ ਪਹਿਲੀ, ਖੰਡ ਤੇ ਖੰਡ ਦੀ ਬਣੀ ਹੋਈ ਕੋਈ ਵੀ ਚੀਜ਼, ਜੀ 470 ਬਿਮਾਰੀਆਂ ਲੱਗਦੀਆਂ। ਕੀੜਿਆਂ ਦੇ ਭੌਣ ਤੇ ਖੰਡ ਸਿੱਟਦੇ ਤੇ ਇੱਕ ਪਾਸੇ ਗੁੜ ਸਿੱਟਦੇ। ਜੀ ਆਪ ਹੀ ਦੇਖ ਲਓ ਕਿਹਨੂੰ ਖਾਣਗੇ, ਕਿਹਨੂੰ ਖਾਣਗੇ? ਗੁੜ ਨੂੰ ਜੀ ਗੁੜ ਨੂੰ। ਉਹਨਾਂ ਨੂੰ ਵੀ ਅਕਲ ਹੈ ਜੀ ਵੀ ਖੰਡ 'ਚ ਜ਼ਹਿਰਾਂ ਪਾਈਆਂ ਹੋਈਆਂ, ਜੀ ਜੀ ਠੀਕ ਹੈ। ਜੀ ਤਾਂ ਖੰਡ ਦੇ ਬਦਲ 'ਚ ਖਾ ਲਓ ਗੁੜ, ਸ਼ੱਕਰ ਤੇ ਸ਼ਹਿਦ। ਇਹ ਪਹਿਲਾ ਪਰਹੇਜ਼ ਹੈ। ਜੀ ਦੂਜਾ ਪਰਹੇਜ਼ ਹੈ, ਕੋਈ ਵੀ ਚੀਜ਼ ਜਿਹੜੀ ਤੇਲ ਤੇ ਘਿਓ 'ਚ ਤੜਕਾ ਲੱਗ ਕੇ ਬਣ ਗਈ ਉਹਨੂੰ ਘਰੋਂ ਕੱਢ ਦਿਓ। ਜੀ ਛੋਲੇ, ਟਿੱਕੀ, ਭਟੂਰੇ, ਫਾਸਟ ਫੂਡ, 버ਗਰ, ਨੂਡਲ, ਚਿਪਸ, ਕੁਰਕਰੇ, ਚਿੰਗਮ ਜੀ ਇਹ ਫੱਟੇ ਚੱਕਦੇ ਆਪਾਂ। ਜੀ ਜੀ ਹਰ ਬਿਮਾਰੀ ਦਾ ਜਨਮ ਇੱਥੋਂ ਹੁੰਦਾ ਤੇ ਜਿਹ 'ਚੋਂ ਤੇਜ਼ਾਬ ਗੈਸ ਪਹਿਲਾਂ ਹੀ ਆ ਗਈ। ਜੇ ਰਿਸ਼ਤੇਦਾਰ ਨੂੰ ਨਾ ਖਵਾਈਏ ਤਾਂ ਕਹਿਣਗੇ ਸਾਨੂੰ ਕੁਝ ਖਵਾਇਆ ਹੀ ਨਹੀਂ ਉਹਨਾਂ ਨੇ ਜੀ। ਆਪਾਂ ਉਹਨਾਂ ਦੀ ਸੇਵਾ ਕਰਨੀ ਹੈ, ਜੀ ਠੀਕ ਹੈ ਨਹੀਂ? ਨਾ ਤਾਂ ਤੁਸੀਂ ਦਿਲੋਂ ਮਾੜਿਓ, ਜੀ ਸਤਿਕਾਰ ਕਰਦੇ ਹੋ, ਜੀ ਜੀ ਤੇ ਅਗਲਾ ਆਇਆ ਹੋਵੇ ਆਪਦਾ ਸਮਝ ਕੇ ਆਇਆ, ਜੀ 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 ਤੇ ਤੁਸੀਂ ਜਾਣਬੁੱਝ ਕੇ ਤਾਂ ਜ਼ਹਿਰ ਦੇ ਨਹੀਂ ਰਹੇ, ਤੁਹਾਨੂੰ ਗਿਆਨ ਨਹੀਂ ਹੈ, ਜੀ ਨਹੀਂ ਸਮਝਿਆ? ਅਗਿਆਨ ਤਾਂ ਜਿਹੜੀ ਜ਼ਹਿਰ ਆਪਾਂ ਖਾ ਰਹੇ ਹਾਂ ਉਹੀ ਆਪਾਂ ਰਿਸ਼ਤੇਦਾਰਾਂ ਨੂੰ ਦੇਤੀ। ਜੇ ਤੁਹਾਨੂੰ ਗਿਆਨ ਆਊਗਾ ਤੁਸੀਂ ਕਹੋਗੇ ਲੈ ਭਾਈ ਤੈਨੂੰ ਖੰਡ ਵਾਲੀਆਂ ਚੀਜ਼ਾਂ ਦੇ ਦਿੰਦੇ ਆ, ਪਰ ਇਹਦਾ ਨੁਕਸਾਨ ਹੋ ਕਹੂਗਾ ਬਾਬਾ ਰਹਿਣ ਦੇ। ਜੀ ਜੀ ਗਿਆਨ ਦੀ ਘਾਟ ਹੈ। ਜੀ ਜੀ ਕਲੀਅਰ? ਤਾਂ ਪਹਿਲਾ ਪਰਹੇਜ਼ ਹੈ, ਖੰਡ ਤੇ ਖੰਡ ਦੀ ਬਣੀ ਹੋਈ ਕੋਈ ਵੀ ਚੀਜ਼ ਅੱਜ ਤੋਂ ਬਾਅਦ ਮੂੰਹ 'ਚ ਨਾ ਪਾਓ। ਜੀ ਦੂਜਾ ਪਰਹੇਜ਼ ਹੈ ਤੜਕਾ। ਤੜਕੇ ਵਾਲੀਆਂ ਚੀਜ਼ਾਂ ਤੁਹਾਨੂੰ ਮੈਂ ਦੱਸ ਹੀ ਦਿੱਤੀਆਂ। ਜੀ ਤੇ ਘਰੇ ਵੀ ਆਪਾਂ ਦਾਲ ਸਬਜ਼ੀ ਨੂੰ ਤੜਕਾ ਲਾ ਕੇ ਬਣਾਉਂਦੇ ਆ ਕਿ ਨਹੀਂ ਬਣਾਉਂਦੇ? ਬਣਾਉਣੇ ਠੀਕ ਹੈ। ਤਾਂ ਸਬਜ਼ੀ ਨੂੰ ਪਹਿਲਾਂ ਧੋਣਾ ਹੈ, ਜੀ ਫੇਰ ਕੱਟਣਾ ਹੈ। ਆਪਾਂ ਕੀ ਕਰਦੇ ਹਾਂ? ਪਹਿਲਾਂ ਕੱਟਦੇ ਹਾਂ, ਫੇਰ ਧੋਣੇ ਆ। ਇਹਦਾ ਨੁਕਸਾਨ, ਧਰਤੀ ਮਾਤਾ ਦੀ ਸਾਰੀ ਤਾਕਤ ਸਬਜ਼ੀ 'ਚ ਗਈ। ਜੀ ਸਬਜ਼ੀ ਨੂੰ ਕੱਟ ਕੇ ਮੈਂ ਜ਼ਖਮੀ ਕਰਤਾ, ਜੀ ਜ਼ਖਮੀ ਹਾਲ ਛੱਡਤਾ ਉਹਨੂੰ ਆ ਪਾਣੀ 'ਚ। ਤਾਂ ਸਾਰੇ ਜ਼ਰੂਰੀ ਤੱਤ ਜਿਹੜੇ ਸਬਜ਼ੀ ਸੀ ਉਹ ਜ਼ਖਮਾਂ ਰਾਹੀਂ ਸਿਮ ਕੇ ਕਿੱਥੇ ਜਾਣਗੇ? ਬਾਹਰ ਹੀ ਪਾਣੀ 'ਚ। ਪਾਣੀ ਕਿੱਥੇ ਜਾਊ? ਡੋਲਦੇ ਆ ਨਾਲੀ 'ਚ। ਨਾਲੀ ਚ। ਆਪਣੇ ਪੱਲੇ ਕੀ ਪਈ? ਮਰੀ ਹੋਈ ਸਬਜ਼ੀ। ਸਬਜ਼ੀ ਨਾਲ ਪੈ ਗਿਆ ਉੱਤੋਂ ਦੀ ਆਕੜ ਤੇ ਹੰਕਾਰ। ਮੇਰੀ ਤਾਜ਼ੀ ਹੈ, ਤੇਰੀ ਬੇਹੀ ਹੈ, ਮੇਰੇ ਬਣਾਉਣ ਦਾ ਢੰਗ ਵਧੀਆ, ਤੇਰਾ ਮਾੜਾ, ਮੇਰੀ ਆਰਗੈਨਿਕ ਹੈ, ਤੇਰੀ ਦਵਾਈਆਂ ਵਾਲੀ ਹੈ, ਆਕੜੀ ਹੈ। ਜੀ ਜੀ ਤੇ ਜਿਹੜੇ ਤੱਤ ਸਾਨੂੰ ਪਰਮਾਤਮਾ ਨੇ, ਧਰਤੀ ਮਾਤਾ ਨੇ ਦੇਣੇ ਸੀ ਉਹ ਤਾਂ ਗਏ, ਤੇ ਉਹ ਤੱਤਾਂ ਦੀ ਘਾਟ ਨਾਲ ਸਰੀਰ ਨੂੰ ਬਿਮਾਰੀਆਂ ਲੱਗਣੀਆਂ ਕਿ ਨਹੀਂ ਲੱਗਣੀਆਂ? ਲੱਗਣਗੀਆਂ ਜੀ। ਤੇ ਬਿਮਾਰੀ ਨੇ ਘਰੇ ਨਹੀਂ ਬੈਠਣ ਦੇਣਾ। ਤੇ ਜਿਸ ਡਾਕਟਰ ਕੋਲੇ ਜਾਓਗੇ ਉਹਨੇ ਆਪਦੀ ਵਿੱਦਿਆ ਦੇ ਮੁਤਾਬਕ ਦਵਾਈ ਦੇ ਦੇਣੀ ਹੈ, ਜੀ ਫਿਰ ਸਾਰੀ ਉਮਰ ਦਵਾਈ ਖਾਓ। ਜੀ ਸਬਜ਼ੀ, ਸਲਾਦ, ਫਰੂਟ, ਮਸਾਲੇ, ਜੋ ਵੀ ਭਾਂਡਾ ਹੈ, ਹੱਥ ਹੈ, ਕਰਦ ਹੈ, ਚਾਕੂ ਹੈ, ਪਹਿਲਾਂ ਧੋ ਲਓ, ਕੱਟ ਬਾਅਦ ਚ ਲਵੋ। ਨਹੀਂ ਪੱਲੇ ਪਈ? ਸਮਝ ਗਈ। ਹੁਣ ਮੈਂ ਕੱਟ ਲਈ, ਪਤੀਲੇ 'ਚ ਪਾ ਲਓ, ਪਾਣੀ ਇਕੱਠਾ ਪਾ ਲਓ ਜਿੰਨੀ ਤਰੀ ਦੀ ਲੋੜ ਹੈ, ਮਸਾਲੇ ਇਕੱਠੇ ਪਾ ਲਓ ਜਿੰਨੇ ਚਾਹੀਦੇ ਹੈ, ਤੇਲ ਤੇ ਘਿਓ ਦੀ ਇੱਕ ਬੂੰਦ ਵੀ ਨਹੀਂ ਪਾਉਣੀ। ਅੱਗ ਮਚਾ ਲਓ, ਜੇ ਰਿੱਝ ਗਈ ਲਾ ਲਓ ਤੇ ਖਾ ਲਵੋ। ਜੀ 1108 ਬਿਮਾਰੀਆਂ ਤੋਂ ਬਚ ਜਾਓਗੇ। ਕਿੰਨੀਆਂ? 1108। ਤੜਕੇ ਨਾਲ 1108 ਬਿਮਾਰੀਆਂ ਲੱਗਦੀਆਂ, ਜਿਹ 'ਚ ਤੇਜ਼ਾਬ ਵੀ ਹੈ, ਤੇ ਹਾਰਟ ਵੀ ਹੈ, ਤੇ ਕਿਡਨੀ ਵੀ ਹੈ, ਬ੍ਰੇਨ ਵੀ ਹੈ, ਅੱਖਾਂ ਵੀ ਹੈ, ਚਮੜੀ ਵੀ ਹੈ, ਜੋ ਵੀ ਰੱਬ ਨੇ ਅੰਗ ਲਾਇਆ ਉਹ 1108 ਬਿਮਾਰੀਆਂ 'ਚੋਂ ਘਿਰ ਜਾਂਦਾ। ਯਾਨੀ ਕਿ ਸਿੱਧੇ ਸ਼ਬਦਾਂ 'ਚ ਉਬਾਲ ਕੇ ਉਬਾਲ ਕੇ ਖਾ ਲਓ, ਤੇਲ ਘਿਓ ਨੂੰ ਦੂਰ ਕਰ ਦਿਓ ਬਸ। ਜੀ ਜੀ
ਹੁਣ ਇੱਕ ਪਾਸੇ ਤੇਰੀ ਸਬਜ਼ੀ ਪਾਣੀ 'ਚ ਰਿੰਨ ਕੇ ਬਣਾਈ ਵੇ ਤੇ ਇੱਕ ਪਾਸੇ ਤੜਕੇ ਵਾਲੀ, ਇਹਨੂੰ ਜਾਨਵਰਾਂ ਮੂਹਰੇ ਸਿੱਟ ਦਿਓ, ਚੂਹੇ ਮੂਹਰੇ, ਕਾਟੋ ਮੂਹਰੇ, ਡੱਡੂ ਮੂਹਰੇ, ਕੀੜਿਆਂ ਦੇ ਭੌਣ ਦੇ ਸਿੱਟ ਦਿਓ। ਜੀ ਆਪ ਹੀ ਦੇਖ ਲਓ ਕਿਹਨੂੰ ਖਾਣਗੇ ਉਹ, ਪਹਿਲਾਂ ਕਿਹਨੂੰ ਖਾਣਗੇ। ਜਿਵੇਂ ਤੁਸੀਂ ਦੱਸਣ ਦੇ ਮੁਤਾਬਕ ਤਾਂ ਫਿਰ ਅਜੇ ਉਹ ਸਮਝਦਾਰ ਨੇ ਤਾਂ ਉਬਲੇ ਹੋਏ ਨੂੰ ਹੀ ਖਾਣਗੇ ਜੀ। ਦੇਖ ਲਓ ਤਜਰਬਾ ਕਰਕੇ ਤੁਸੀਂ। ਜੀ ਜਿਹੜੀ ਮੈਂ ਗੱਲ ਤੁਹਾਨੂੰ ਸਮਝਾਉਣ ਵਾਸਤੇ ਕਹਿਣਾ ਤਾਂ ਕਿ ਤੁਹਾਨੂੰ ਯਕੀਨ ਹੋ ਜਾਊ ਜਦੋਂ ਪ੍ਰੈਕਟੀਕਲੀ ਕਰੋਗੇ। ਜੀ ਤੀਸਰਾ ਪਰਹੇਜ਼ ਆ ਕੋਲਡ ਡਰਿੰਕਸ ਤੇ ਡੱਬਾ ਬੰਦ ਜੂਸ, ਜੀ ਇਹ ਨਹੀਂ ਪੀਣਾ। ਜਿੰਨਾ ਆਪਾਂ ਕੋਲਡ ਡਰਿੰਕਸ ਪੀਵਾਂਗੇ ਜਾਂ ਡੱਬਾ ਬੰਦ ਜੂਸ ਪੀ ਜਾਵਾਂਗੇ ਤੇਜ਼ਾਬ ਫੱਟੇ ਚੱਕੀ ਜਾਊਗਾ। ਜੀ ਜਿਹਦੇ ਇੱਕ ਵਾਰੀ ਜ਼ਖਮ ਬਣ ਗਿਆ ਜ਼ਿੰਦਗੀ ਭਰ ਭਰੂਗਾ ਨਹੀਂ। ਫੂਡ ਪਾਈਪ ਦੇ ਵਿੱਚ ਫੂਡ ਪਾਈਪ 'ਚ ਕੋਲਡ ਡਰਿੰਕਸ ਵੀ ਮੇਰਾ ਖਿਆਲ ਹੈ ਪਾਰਲੀਮੈਂਟ 'ਚ ਬੈਨ ਹੈ। ਇਲਾਕੇ ਦੇ MP ਨੂੰ ਪੁੱਛ ਕੇ ਦੇਖ ਲਿਓ ਜੀ ਵੀ ਤੁਹਾਡੇ ਉੱਥੇ ਕੋਲਡ ਡਰਿੰਕ ਚੱਲਦਾ, ਕਹਿਣਗੇ ਨਹੀਂ। ਜੀ ਤੁਹਾਡੀ ਸਭ ਤੋਂ ਮਜ਼ਬੂਤ ਹੱਡੀ ਆਪਣੀ ਦੰਦ ਹੁੰਦੀ ਹੈ। ਜੀ ਦੰਦਾਂ ਨੂੰ ਕੋਲਡ ਡਰਿੰਕਸ ਦੇ ਵਿੱਚ ਰਾਤ ਨੂੰ ਸਿੱਟ ਦਿਓ, ਤੜਕੇ ਨੂੰ ਦੰਦ ਭਾਲ ਕੇ ਦਿਖਾਇਓ, ਇੰਨਾ ਜ਼ਿਆਦਾ ਹੱਡੀ ਨੂੰ ਵੀ ਖਿੱਚ ਖੋਰ ਜਾਂਦਾ ਹੈ। ਤੇ ਆ ਜਿਹੜੀਆਂ ਬਰੀਕ ਤੋਂ ਬਰੀਕ ਤਹਿਆਂ ਆਪਣੀਆਂ ਮਿਹਦੇ 'ਚ ਜਿਹੜੀਆਂ ਛਿੱਲੀਆਂ ਜਾਂਦੀਆਂ, ਜਿਹਨੂੰ ਕਹਿੰਦੇ ਜ਼ਖਮ ਹੋ ਗਿਆ ਤੇਜ਼ਾਬ, ਇਹ ਕੀ ਕਰੂਗੀ। ਕੰਪਨੀਆਂ ਵਾਲਿਆਂ ਨੇ ਜੂਸ ਦੀ ਮਹੱਤਤਾ ਪੂਰੀ ਸਿਖਾਤੀ, ਉਹ ਸੱਚ ਬੋਲਦੇ ਆ। ਸਿਓ ਦਾ ਜੂਸ ਪੀਓ ਜੀ, ਐਪਲ ਦਾ ਪੀਓ ਜੀ, ਅੰਗੂਰਾਂ ਦਾ ਪੀਓ ਜੀ, ਪਪੀਤਾ ਪੀਓ ਜੀ, ਫਲਾਨਾ ਕਰੋ, ਪੂਰਾ ਗਿਆਨ ਦੇਤਾ, ਜੀ ਪਿੱਛੋਂ ਪਗਲਾ ਲਿਆ। ਲਓ ਜੀ ਆਹ ਕੰਪਨੀ ਦਾ ਹੈ, ਇਹ ਪੀ ਲਓ। ਜੀ ਤੁਸੀਂ ਕੋਈ ਵੀ ਜੂਸ ਰੱਖ ਲਓ, ਅੱਧੇ ਘੰਟੇ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਓ, ਜਿਹੜੇ ਜਿਉਂਦੇ ਬੈਕਟੀਰੀਆ ਮਰਨੇ ਸ਼ੁਰੂ ਹੋ ਜਾਣਗੇ। ਸਹੀ ਹੈ ਜੀ। ਤੇ ਜਦੋਂ ਬੈਕਟੀਰੀਆ ਜਿਉਂਦੇ ਮਰਨਗੇ ਤਾਂ ਉਹ ਖੱਟੇ ਵੀ ਹੋਣਗੇ, ਉੱਲੀ ਵੀ ਲੱਗੂ। ਸਹੀ ਗੱਲ ਹੈ ਜੀ। ਤਾਂ ਕੋਈ ਦਵਾਈ ਇਹੀ ਜਿਹੀ ਪਾ ਦਿੰਦੀ ਹੈ ਵੀ ਖੱਟਾ ਨਾ ਹੋਵੇ, ਉੱਲੀ ਨਾ ਲੱਗੇ ਤੇ ਕੀੜੇ ਮਰਦਿਆਂ ਮਰ ਜਾਣ, ਤਾਂ ਮਰੇ ਹੋ ਪੀਨੇ। ਤੁਹਾਡੀ ਲੈਟਰਿਨ ਅਗਰ ਕੋਈ ਗੰਦੀ ਹੈ, ਬਿਲਕੁਲ ਹੀ ਸਾਫ਼ ਨਹੀਂ ਹੋਈ, ਜੀ ਹੂੰ, ਜੀ 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 ਉਹ ਤੁਸੀਂ ਕੋਲਡ ਡਰਿੰਕਸ ਦੀ ਬੋਤਲ ਸਿੱਟ ਦਿਓ ਰਾਤ ਨੂੰ, ਤੇ ਤੜਕੇ ਐਂ ਲੱਗੂਗਾ ਵੀ ਇਹ ਨਵੀਂ ਖਰੀਦ ਕੇ ਲਿਆਂਦੀ ਹੈ। ਜੀ ਇੰਨਾ ਤੇਜ਼ ਗੰਦ ਤੋਂ ਮਤਲਬ ਇਹ ਖਿੱਚ ਜਾਂਦੀ ਹੈ ਉਹਦੀ ਲੈਟਰਿਨਾਂ ਦੇ ਵਿੱਚੋਂ, ਜੀ 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 ਤੇ ਆਪਾਂ ਤੌਲ ਨਾਲ ਪੀਂਦੇ ਹਾਂ। ਕੋਲਡ ਡਰਿੰਕਸ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਨੱਕ 'ਚੋਂ ਰੱਬ ਆਪਾਂ ਨੂੰ ਬਚਾਉਣ ਵਾਸਤੇ ਨੱਕ ਰਾਹੀਂ ਬਾਹਰ ਕੱਢਦਾ ਗੰਦੀ ਹਵਾ, ਜੀ ਜੀ ਉਹਦੇ 'ਚ ਭਰੀ ਹੁੰਦੀ ਹੈ। ਉਹ ਜਦੋਂ ਆਪਾਂ ਪੀਂਦੇ ਹਾਂ, ਆਪਣਾ ਮਿਹਦਾ ਕਹਿੰਦਾ ਕਿੱਥੇ ਬੇਵਕੂਫ ਦੇ ਅੰਦਰ ਸਿੱਟਤਾ ਵੀ ਇਹ ਤਾਂ ਮਾੜੀ ਚੀਜ਼ ਹੈ, ਉਹ ਢਕਾਰ ਦੇ ਰੂਪ 'ਚ ਬਾਹਰ ਕੱਢ ਦਿੰਦਾ। ਆਪਾਂ ਉਸ ਨੂੰ ਮੰਨ ਲੈਂਦੇ ਆ ਨਜ਼ਾਰਾ ਆ ਗਿਆ। ਸਹੀ ਗੱਲ ਹੈ ਚੌਥਾ ਪਰਹੇਜ਼ ਆ ਨੌਨ ਵੈਜ ਤੇ ਨਸ਼ੇ। ਜੀ ਮੀਟ, ਅੰਡਾ, ਮੱਛੀ ਤੇ ਨਸ਼ਾ, ਕਿਸੇ ਕਿਸਮ ਦਾ ਨਸ਼ਾ ਨਾ ਕਰੋ। ਜੀ 45 ਕਿਸਮ ਦੇ ਨਸ਼ੇ ਇੰਡੀਆ 'ਚ ਮੁੰਡੇ ਕੁੜੀਆਂ ਕਰਦੇ ਆ। ਜੀ ਹੋ ਸਕਦਾ 46 ਵੈਰਾਈਟੀਆਂ ਹੁਣ, ਮੈਨੂੰ 45 ਦਾ ਪਤਾ ਹੈ। ਜੀ ਦਾਖਲ ਅਸੀਂ ਉਸ ਨੂੰ ਕਰਦੇ ਜਿਹੜਾ ਆਪ ਨਸ਼ਾ ਛੱਡਣਾ ਚਾਹੁੰਦਾ ਹੋਵੇ। ਜੀ ਜੀ 45,000 ਤੋਂ ਵੱਧ ਮੁੰਡੇ ਕੁੜੀਆਂ ਇੱਥੋਂ ਨਸ਼ਾ ਛੱਡ ਕੇ ਆ ਚੁੱਕੇ ਆ। ਇਸ ਵੇਲੇ ਹੀ ਕੁੜੀਆਂ ਤੇ ਮੁੰਡੇ ਦਾਖਲ ਹੈ, ਅਫਸਰ ਵੀ ਕਈ ਦਾਖਲ ਹੈ ਮੇਰੇ ਕੋਲ, IAS ਅਫਸਰ ਵੀ ਦਾਖਲ ਹੈ, ਇੱਕ ਜੱਜ ਹੈ ਹਾਈ ਕੋਰਟ ਦੀ, ਉਹ ਵੀ ਦਾਖਲ ਹੈ ਨਸ਼ਾ ਛਡਾਉਣ ਨਸ਼ਾ ਛਡਾਉਣ 'ਚ। ਕੁਛ ਡਾਕਟਰ ਕਹਿੰਦੇ ਨੇ ਵੀ ਮੱਛੀ ਦਾ ਤੇਲ ਲਾਓ ਗੋਡਿਆਂ ਲਈ, ਜਾਂ ਉਹ ਤੇ ਜੇ ਗੋਡਿਆਂ ਦੀ ਬਿਮਾਰੀ ਲੱਗਣੀ ਨਾ ਦੇਵਾਂ ਵੀ ਤੇਲ ਦੀ ਲੋੜ ਹੀ ਨਾ ਪਵੇ। ਫਿਰ ਤੇ ਇਹ ਹੋ ਗਿਆ ਤੁਹਾਡਾ ਕੋਲਡ ਡਰਿੰਕਸ। ਜੀ 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 ਤੇ ਚੌਥਾ ਹੋ ਗਿਆ ਸੀ ਮੀਟ, ਅੰਡਾ, ਮੱਛੀ ਤੇ ਕਿਸੇ ਕਿਸਮ ਦੇ ਵੀ ਨਸ਼ੇ। ਜੀ 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 4 ਚੀਜ਼ਾਂ ਹੋ ਗਈਆਂ। ਜੀ ਜੀ ਪੰਜਵੀਂ ਚੀਜ਼ ਜਿਹੜੀ ਹੈ ਉਹ ਬਹੁਤ ਔਖੀ ਔਰ ਜ਼ਰੂਰੀ ਵੀ ਉਹੀ ਹੈ, ਜੀ ਉਹ ਹੈ ਚਾਹ ਤੇ ਕੌਫੀ। ਜੀ ਚਾਹ ਔਰ ਕਾਫੀ। ਕੌਫੀ 365 ਬਿਮਾਰੀਆਂ ਚਾਹ ਨਾਲ ਤੇ ਕੌਫੀ ਨਾਲ ਲੱਗਦੀਆਂ। ਉਹ 365 ਚੋਂ ਪਹਿਲੇ ਨੰਬਰ ਦੀ ਬਿਮਾਰੀ ਮਾਨਸਿਕ ਹੈ, ਦਿਮਾਗੀ। ਜੀ ਤੁਸੀਂ ਜਾਂ ਮੈਂ ਦੋਨਾਂ ਚੋਂ ਜਿਹੜਾ ਵੀ ਚਾਹ ਪੀਊਗਾ ਉਹ ਮਰਦੇ ਦਮ ਤੱਕ ਸ਼ਾਂਤ ਨਹੀਂ ਰਹੂਗਾ ਇੱਕ ਸਕਿੰਟ ਵਾਸਤੇ ਵੀ, ਚਾਹੇ ਆਪਾਂ ਆਪਦੀ ਅੰਦਰਲੀ ਬੇਚੈਨੀ ਨੂੰ, ਪਰੇਸ਼ਾਨੀ ਨੂੰ ਪ੍ਰਗਟ ਕਰੀਏ ਚਾਹੇ ਨਾ ਕਰੀਏ। ਇੱਕ ਸਕਿੰਟ ਵੀ ਉਹ ਬੰਦਾ, ਉਹ ਬੁੜੀ, ਉਹ ਬੱਚਾ
ਸ਼ਾਂਤ ਨਹੀਂ ਰਹੂਗਾ ਜਿਹੜਾ ਜ਼ਿਆਦਾ ਚਾਹ ਤੇ ਕੌਫੀ ਪੀਂਦਾ ਹੈ। ਔਰ ਇੱਕ ਕੱਪ ਚਾਹ ਦਾ ਅਸਰ 35 ਦਿਨ ਰਹਿੰਦਾ ਹੈ। ਅੱਛਾ ਆਪਦੇ ਆਪ ਹੀ ਹਰ ਬੰਦੇ ਨੂੰ ਅੱਖਾਂ ਮੀਚ ਕੇ ਪੁੱਛ ਲੈਣਾ ਚਾਹੀਦਾ, ਕਿਉਂਕਿ ਬਾਹਰੋਂ ਤਾਂ ਆਪਾਂ ਢਕੇ ਢੋਲ ਹੈ। ਜੀ ਜੀ ਤੁਸੀਂ ਅੱਖਾਂ ਮੀਚ ਕੇ ਪੁੱਛ ਲਓ ਆਪਦੇ ਆਪ ਨੂੰ, ਮੈਂ ਪੁੱਛ ਲੂੰ, ਕੋਈ ਪੁੱਛ ਲੇ, ਸੁਣਨ ਵਾਲੇ ਪੁੱਛ ਲੈਣ, ਜਿਨ੍ਹਾਂ ਨੇ ਵੀ ਤੁਹਾਡਾ ਚੈਨਲ ਸੁਣਨਾ। ਇੱਕੋ ਹੀ ਸਵਾਲ ਪੁੱਛੋ, ਕੀ ਮੈਂ ਤੰਦਰੁਸਤ ਹਾਂ? ਜਵਾਬ ਮਿਲੂਗਾ ਨੋ, ਮੈਂ ਤੰਦਰੁਸਤ ਨਹੀਂ। ਦੂਸਰਾ ਸਵਾਲ ਪੁੱਛ ਲਓ, ਕੀ ਮੈਂ ਖੁਸ਼ ਹਾਂ? ਜਵਾਬ ਮਿਲੂਗਾ ਨੋ। ਤੀਸਰਾ ਪੁੱਛ ਲਓ, ਕੀ ਮੈਂ ਸ਼ਾਂਤ ਹਾਂ? ਜਵਾਬ ਮਿਲੂਗਾ ਨੋ। ਬਾਹਰੋਂ ਚਾਹੇ ਢਕੇ ਢੋਲ ਕੁਛ ਹੋ ਜਾਓ। ਚੌਥਾ ਪੁੱਛ ਲਓ ਫਿਰ, ਮੈਂ ਹੈ ਕੀ? ਹੂ ਐਮ ਆਈ? ਜਵਾਬ ਮਿਲੂਗਾ, ਮੈਂ ਇੱਕ ਚੱਲਦੀ ਫਿਰਦੀ ਲਾਸ਼ ਹੈ। ਇੱਕ ਉਹ ਲਾਸ਼ ਜਿਹੜੀ ਆਰਾਮ ਨਾਲ ਸ਼ਾਂਤੀ ਨਾਲ ਪਈ ਹੈ ਦੁਨੀਆ ਤੋਂ ਬੇਫਿਕਰ ਹੋ ਕੇ, ਔਰ ਇੱਕ ਮੈਂ ਜਿਹੜੀ ਸੜਕਾਂ 'ਤੇ ਤੁਰੀ ਫਿਰਦੀ ਆ। ਮੈਂ ਬੋਲੀ ਜਾਂਦਾ ਚੱਲਦੀ ਫਿਰਦੀ ਲਾਸ਼, ਤੇ ਤੁਸੀਂ ਸਵਾਲ ਪੁੱਛੀ ਉਹਨੂੰ ਚੱਲਦੀ ਫਿਰਦੀ। ਲਾਸ਼ ਹੀ ਮਰੇ ਹੋਏ ਬੰਦੇ ਨੂੰ ਪਰਮਾਤਮਾ ਦੀ ਦਿੱਤੀ ਹੋਈ ਅੱਗ ਮਚਾਉਂਦੀ ਹੈ, ਜੀ ਤੇ ਚੱਲਦੇ ਫਿਰਦੇ ਬੰਦੇ ਨੂੰ ਅੱਗ ਕਿਹੜੀ ਹੁੰਦੀ ਹੈ? ਚਿੰਤਾ, ਜਿਹਨੂੰ ਬਾਣੀ 'ਚ ਕਿਹਾ ਹੈਗਾ ਚਿੰਤਾ ਚਿਖਾ ਸਮਾਨ। ਜੀ 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 ਜਿਸ ਵੇਲੇ ਹਰ ਵੇਲੇ ਬੰਦਾ ਇਰੀਟੇਟ ਰਹੂ, ਜੀ ਜੀ ਤੇ ਜਦੋਂ ਇਹ ਨਾੜ ਇਰੀਟੇਟ ਹੋ ਗਈ ਤੇ ਇਹੀ ਨਾੜਾਂ ਮਿਹਦੇ 'ਚ ਵੀ ਜਾਂਦੀਆਂ, ਇਹੀ ਖਾਣੇ ਵਾਲੀ ਨਾੜੀ 'ਚ ਵੀ ਜਾਂਦੀਆਂ, ਤੇ ਜਦੋਂ ਨਾੜਾਂ ਹੀ ਛਿੱਲੀਆਂ ਪਈਆਂ, ਕਰੰਟ ਹੀ ਉੱਥੇ ਵਗਿਆ ਪਿਆ, ਤਾਂ ਉੱਥੇ ਅੱਗ ਤਾਂ ਲੱਗੂਗੀ ਨਾ। ਮੇਰਾ ਤਾਂ ਜੀ ਕਾਲਜਾ ਮੱਚਦਾ ਜੀ, ਮੇਰੇ ਤਾਂ ਤੇਜ਼ਾਬ ਬਣ ਗਿਆ ਜੀ, ਨਹੀਂ ਪੱਲੇ ਪਈ। ਤੇ ਇਹ ਨਾੜਾਂ ਇਕੱਲੀਆਂ ਇੱਥੇ ਮਿਹਦੇ 'ਚ ਤਾਂ ਹੈ ਹੀ ਨਹੀਂ, ਪੈਰਾਂ ਤੱਕ ਜਾਂਦੀਆਂ, ਉਸ ਹਿਸਾਬ ਨਾਲ ਬਾਰੀਆਂ ਲੱਗੀ ਜਾਣਗੀਆਂ। ਹੋਰ ਇਹ ਜਾਨਵਰਾਂ 'ਚੋਂ ਕੋਈ ਜਾਨਵਰ ਫੜ ਲਓ, ਫੜ ਕੇ ਉਹ 'ਚ ਡਬੋ ਦਿਓ ਅੱਧਾ ਘੰਟਾ, ਸਿਰ ਬਾਹਰ ਰੱਖਿਓ ਤਾਂ ਕਿ ਉਹਦਾ ਸਾਹ ਆਉਂਦਾ ਰਹੇ। ਜੀ ਅੱਧੇ ਘੰਟੇ ਬਾਅਦ ਉਹਨੂੰ ਕੱਢ ਦਿਓ ਬਾਹਰ। 2 ਘੰਟੇ ਦੇ ਵਿੱਚ ਉਹ ਅੰਗ ਟੁੱਟ ਕੇ ਤੁਹਾਡੇ ਸਾਹਮਣੇ ਆ ਜਾਊ ਜਿਹੜਾ ਚਾਹ 'ਚ ਡੁੱਬਿਆ ਹੋਇਆ, ਨਹੀਂ ਪੱਲੇ ਪਈ ਹੈ ਜੀ ਜੀ। ਜੀ ਜੀ ਖੁਦ ਤਜਰਬਾ ਕਰਕੇ ਦੇਖ ਲਓ। ਚਾਹ ਦੇ ਵਿੱਚ ਮਰੇ ਹੋਏ ਪਸ਼ੂਆਂ ਦਾ ਲਹੂ ਪੈਂਦਾ ਹੈ। ਜੀ ਅਲੱਗ-ਅਲੱਗ ਕਾਰਖਾਨੇ ਜਾ ਕੇ ਦੇਖ ਲਓ, ਜਿੱਥੇ ਪਸ਼ੂ ਵੱਢੇ ਜਾਂਦੇ ਆ ਉੱਥੇ ਕੀ ਹਾਲ ਹੁੰਦਾ ਹੈ। ਔਰ ਮੇਰੀ 87 ਸਾਲ ਦੀ ਉਮਰ ਹੈ ਤੇ ਮੇਰੇ ਦੁਆਰਾ ਵਾਲ ਕਾਲੇ ਹੋਣ ਲੱਗ ਗਏ, ਤੇ ਅਸੀਂ 6 ਮਹੀਨੇ 'ਚ 3 ਮਹੀਨੇ ਤੋਂ 6 ਮਹੀਨੇ 'ਚ ਜਿਹਦੇ ਕਿਤੇ ਵੀ ਚਿੱਟੇ ਵਾਲ ਹੈ ਸਾਰੇ ਅਸੀਂ ਕਹਿੰਦੇ ਲੈ ਹੁੱਕਰ ਵਾਲਾ ਕਾਲੇ। ਕਿੰਨੇ ਟਾਈਮ ਚ? ਉਹ ਬੰਦੇ ਦੀ ਬਿਮਾਰੀ 'ਤੇ ਨਿਰਭਰ ਹੈ। 3 ਮਹੀਨੇ ਤੋਂ 6 ਮਹੀਨੇ ਦੇ ਵਿੱਚ ਚਾਹੇ ਜਿੰਨੇ ਮਰਜ਼ੀ ਵਾਲ ਕਾਲੇ ਕਰ ਲਓ ਬਿਨਾਂ ਕਿਸੇ ਦਵਾਈ ਤੋਂ। ਅੱਖਾਂ ਦਾ ਪਾਣੀ ਜੇ ਮੱਚਦਾ ਹੈ, ਅਨੇਕਾਂ ਚੀਜ਼ਾਂ ਨਾਲ ਮੱਚਦਾ, ਜਿਹਨਾਂ 'ਚ ਕਿ ਚਾਹ ਅਤੇ ਕੌਫੀ ਵੀ ਹੈ। ਜੀ ਜੀ ਅਤੇ ਇੱਥੇ 3 ਮਹੀਨੇ ਤੋਂ ਲੈ ਕੇ 6 ਮਹੀਨੇ 'ਚ ਅਸੀਂ ਐਨਕਾਂ ਉਤਾਰ ਦਿੰਦੇ ਅਗਲੇ ਦੀਆਂ, ਜਿੰਨੀਆਂ ਮਰਜ਼ੀ ਲੱਗੀਆਂ ਹੋਣ। ਹੁਣ ਤੁਸੀਂ ਦੱਸੋ, ਜਿਹੜੀ ਆਹ ਸਿਲੰਡਰਾਂ 'ਚੋਂ ਗੈਸ ਨਿਕਲਦੀ ਹੈ, ਚੁੱਲ੍ਹਾ ਗੈਸ, ਉਹ ਇਹਨਾਂ 'ਚ ਮਲਾਈ ਜਾਂਦੀ ਹੈ। ਆਹ ਜਿਹੜੀਆਂ 5 ਚੀਜ਼ਾਂ ਬੰਦ ਕਰਵਾਈਆਂ ਤੁਹਾਨੂੰ, ਖੰਡ, ਤੜਕਾ, ਕੋਲਡ ਡਰਿੰਕਸ, ਮੀਟ, ਅੰਡਾ, ਮੱਛੀ ਅਤੇ ਚਾਹ, ਇਹ ਸਾਰੀਆਂ ਜ਼ਹਿਰਾਂ ਉਹਨਾਂ 'ਚ ਮਲਾਈਆਂ ਹੁੰਦੀਆਂ। ਜੀ ਜੀ ਹੁਣ ਜੇ ਜ਼ਹਿਰੀਆਂ ਜ਼ਹਿਰਾਂ ਤੁਸੀਂ ਖਾਂਦੇ ਰਹੋ ਅਤੇ ਇਲਾਜ ਐਲੋਪੈਥੀ, ਆਯੁਰਵੇਦ, ਹੋਮੋਪੈਥੀ ਅਤੇ ਕਾਬਲ ਡਾਕਟਰਾਂ ਦਾ ਕਰਾਉਂਦੇ ਜਾਓ, ਠੀਕ ਹੋ ਜਾਓਗੇ? ਪਰਹੇਜ਼ ਹੈ ਨਹੀਂ ਕੋਈ, ਹੈ ਨਹੀਂ। ਤੇ ਇੱਕ ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਇਹਨਾਂ ਦੇ ਵਿੱਚ ਇਹ ਚੀਜ਼ਾਂ ਮਲਾਈਆਂ ਹੁੰਦੀਆਂ ਨੇ। ਜੇ ਆਪਾਂ ਮੀਟ, ਆਂਡੇ, ਮੱਛੀ ਦੀ ਗੱਲ ਕਰ ਲਈਏ, ਉਹ ਤਾਂ ਇੱਕ ਢੰਗ ਨਾਲ ਵੀ ਬੰਦਾ ਘਰੇ ਨੈਚੁਰਲੀ ਵੀ ਤਿਆਰ ਹੁੰਦਾ, ਜਾਂ ਉਬਾਲ ਕੇ ਇੱਦਾਂ ਵੀ ਨਹੀਂ ਖਾ ਸਕਦੇ ਇਹ ਚੀਜ਼ ਨੂੰ। ਪਹਿਲੀ ਗੱਲ ਤਾਂ ਮੀਟ, ਅੰਡਾ, ਮੱਛੀ ਆਪਣੀ ਖੁਰਾਕ ਨਹੀਂ ਹੈ। ਜੀ ਆਪਣੀ ਖੁਰਾਕ ਤਾਂ ਪਰਮਾਤਮਾ ਨੇ ਜਦੋਂ ਤੱਕ ਦੰਦ ਨਹੀਂ ਹੈ ਉਦੋਂ ਤੱਕ ਮਾਂ ਦਾ ਦੁੱਧ ਦਿੱਤਾ ਹੈ। ਜੀ ਇਹ ਖੁਰਾਕ ਹੀ ਨਹੀਂ ਹੈ, ਅਨਨੇਚਰਲ ਖੁਰਾਕ ਹੈ। ਆਪਣੇ ਰੱਬ ਨੇ ਦੰਦ ਦੇਖੋ ਕਿਹੜੇ ਬਣਾਏ ਆ, ਮਾਸਾਹਾਰੀ ਦੰਦ ਨਹੀਂ ਹੈ। ਨਹੀਂ ਸਮਝੀ? ਜੀ ਮੀਟ ਅੰਡਾ ਕਿਉਂ ਖਾਂਦੇ ਆਪਾਂ? ਕਿਹੜੀ ਚੀਜ਼ ਵਾਸਤੇ ਖਾਂਦੇ ਹਾਂ? ਆਪ ਖੁਰਾਕ ਵਾਸਤੇ ਵੀ ਪ੍ਰੋਟੀਨ ਮਿਲ ਜੂ। ਪ੍ਰੋਟੀਨ ਮਿਲ ਜੇ। ਠੀਕ ਹੈ। ਹਾਥੀ ਕਿੰਨਾ ਵੱਡਾ ਮਜ਼ਬੂਤ ਜਾਨਵਰ ਹੈ, ਕਿੰਨਾ ਕੱਦ ਕਾਠ ਵਾਲਾ ਹੈ, ਕਿੰਨੀ ਜਾਨ ਹੈ। ਉਹ ਮੀਟ ਅੰਡਾ ਖਾਂਦਾ ਹੈ? ਉਹ ਦੁੱਧ ਪੀਂਦਾ ਹੈ? ਨਹੀਂ। ਘੋੜਾ ਕਿੰਨਾ ਮਜ਼ਬੂਤ ਹੈ,
ਉਹ ਦੁੱਧ ਪੀਂਦਾ ਹੈ, ਮੀਟ ਖਾਂਦਾ ਹੈ। ਕਮਜ਼ੋਰ ਤੋਂ ਕਮਜ਼ੋਰ ਗਧਾ ਗਧਾ ਜਿਹਨੂੰ ਰੋਟੀ ਵੀ ਵਿਚਾਰੇ ਨੂੰ ਮਿਲਦੀ, ਕਿੰਨਾ ਭਾਟ ਹੁੰਦਾ ਸੀ। ਕਿੰਨਾ ਭਾਟ ਹੁੰਦਾ ਹੈ, ਉਹ ਦੁੱਧ ਪੀਂਦਾ ਹੈ, ਮੀਟ ਅੰਡਾ ਖਾਂਦਾ ਹੈ। ਡਾਕਟਰ ਸਾਹਿਬ 5 ਚੀਜ਼ਾਂ ਛਡਾਤੀਆਂ ਤੁਸੀਂ, ਤੇ 5 ਵੀ ਉਹ ਚੀਜ਼ਾਂ ਛਡਾਤੀਆਂ ਜਿਹੜੀਆਂ ਕਿ ਅੱਜ ਕੱਲ੍ਹ ਦੀ ਖੁਰਾਕ ਦੇ ਵਿੱਚ ਮੇਨ ਪਾਰਟ ਨੇ। ਤੇ ਫਿਰ 5 ਉਹਨਾਂ ਨੂੰ ਛੱਡ ਕੇ ਕਿਹੜੀਆਂ 5 ਚੀਜ਼ਾਂ ਜਿਹੜੀਆਂ ਸ਼ੁਰੂ ਕੀਤੀਆਂ ਜਾਣ? ਪਰਮਾਤਮਾ ਦੀਆਂ ਦਿੱਤੀਆਂ ਹੋਈਆਂ 5 ਚੀਜ਼ਾਂ ਖਾਓ। ਸ਼ੁੱਧ ਹਵਾ ਲਵੋ, ਸ਼ੁੱਧ ਪਾਣੀ ਲਵੋ, ਸ਼ੁੱਧ ਧੁੱਪ ਲਵੋ। ਉਹ ਤਾਂ ਟੌਪਿਕ ਹੀ ਵੱਖਰਾ ਹੈ, ਜੀ ਆਪਾਂ ਖੁਰਾਕ ਤੇ ਕਰਦੇ ਹਾਂ ਗੱਲ। ਜੀ ਜੀ ਕੱਚਾ ਸਲਾਦ ਜ਼ਿਆਦਾ ਤੋਂ ਜ਼ਿਆਦਾ ਖਾਓ। ਮੂਲੀ, ਗਾਜਰ, ਸਲਗਮ, ਟਮਾਟਰ, ਖੀਰਾ, ਧਨੀਆ, ਪਾਲਕ, ਬਾਥੂ, ਸਾਗ ਜ਼ਿਆਦਾ ਤੋਂ ਜ਼ਿਆਦਾ ਖਾਓ। ਚਾਹੇ ਫੋੜਾ ਹੈ, ਚਾਹੇ ਕੈਂਸਰ ਹੈ। ਪਰ ਤੇਰਾ ਟੌਪਿਕ ਤਾਂ ਹੈਗਾ ਛੋਟੇ ਬੇਟੇ, ਗੈਸਟਰਾਈਟਿਸ, ਜੀ ਜੀ ਈਸੋਫੇਜਾਈਟਿਸ, ਜੀ 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 ਡੂਡੇਨਲ ਅਲਸਰ, ਗੈਸਟ੍ਰਿਕ ਅਲਸਰ ਜਾਂ ਮੋਟੀ ਭਾਸ਼ਾ 'ਚ ਤੇਜ਼ਾਬ ਤੇਜ਼ਾਬ ਜੀ। ਆਹੀ ਹੈ ਨਾ। ਹਾਂਜੀ ਹਾਂਜੀ ਉਹ ਤਾਂ ਮੈਂ ਤੈਨੂੰ ਆਲਰੇਡੀ ਨਾਂ ਲੈ ਤੇ ਡਾਕਟਰੀ ਭਾਸ਼ਾ 'ਚ। ਜੀ 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 ਤੁਸੀਂ ਕੋਈ ਵੀ 4-5 ਸਲਾਦਾਂ ਦਾ ਜੂਸ ਕੱਢ ਕੇ ਨਿਚੋੜ ਕੇ ਗਲਾਸ ਭਰ ਕੇ ਪੀ ਲਓ। ਮਿਕਸ ਕਰ ਸਕਦੇ ਉਹਨਾਂ ਨੂੰ? ਹਾਂ, ਕਰ ਸਕਦੇ। ਜੀ ਸਵੇਰ ਪੀਓ। ਦੇ ਜੇ ਆਪਾਂ ਕਹੀਏ ਤਾਂ ਸਵੇਰ ਦੇ ਜਿੱਥੇ ਆਪਾਂ ਚਾਹ ਛੱਡਤੀ, ਉੱਥੇ ਪੀਓ। ਜਿਹੜਾ ਮਲਬਾ ਬਚ ਗਿਆ ਉਹਨੂੰ ਆਟੇ 'ਚ ਗੁੰਨ ਕੇ ਰੋਟੀ ਬਣਾ ਲਓ। ਤਾਂ ਹਰ ਬੰਦੇ ਨੂੰ ਸਲਾਦ ਜ਼ਿਆਦਾ ਤੋਂ ਜ਼ਿਆਦਾ ਖਾਣਾ ਚਾਹੀਦਾ। ਚਾਹੇ ਕੱਟ ਕੇ ਖਾ ਲਓ, ਚਾਹੇ ਦਾ ਜੂਸ ਕੱਢ ਕੇ ਖਾ ਲਓ। ਜੀ ਜੂਸ ਇੰਨਾ ਹੁੰਦਾ ਛੇਤੀ ਖੂਨ 'ਚ ਰਚ ਜੂਗਾ, ਜ਼ਿਆਦਾ ਪੀਤਾ ਜਾਊਗਾ। ਮਲਬੇ ਨੂੰ ਆਟੇ 'ਚ ਗੁੰਨ ਲਓ। ਦੂਸਰੀ ਚੀਜ਼, ਹਰ ਬੰਦੇ ਨੂੰ ਸਬਜ਼ੀ ਜ਼ਿਆਦਾ ਤੋਂ ਜ਼ਿਆਦਾ ਖਾਣੀ ਚਾਹੀਦੀ ਹੈ। ਜੀ ਅਤੇ ਸਬਜ਼ੀ ਦੀਆਂ ਘੱਟੋ ਘੱਟ 4 ਵਰਾਇਟੀਆਂ ਲੈ ਲਓ। ਕਿੰਨੀ ਕਿਸਮਾਂ ਦੀਆਂ ਸਬਜ਼ੀਆਂ, ਟਿੰਡੋ ਹੈ, ਕੱਦੂ ਹੈ, ਪੇਠਾ ਹੈ, ਕਰੇਲਾ ਹੈ, ਹੋਰ ਵੀ ਅਨੇਕਾਂ ਚੀਜ਼ਾਂ ਹੈਗੀਆਂ। ਜੀ ਜੀ ਜ਼ਿਆਦਾ ਫਾਇਦਾ ਉਠਾਉਣਾ, ਉਹਨਾਂ ਦਾ ਰਸ ਕੱਢ ਕੇ ਗਲਾਸ ਕੱਢ ਕੇ ਪੀ ਲਓ। ਮਲਬੇ ਨੂੰ ਆਟੇ 'ਚ ਗੁੰਨ ਲਓ। ਅਤੇ ਜਾਂ ਸਬਜ਼ੀ ਬਣਾਉਣ ਦਾ ਢੰਗ ਦੱਸਿਆ ਵੀ ਹੈ। ਜੀ ਜੀ ਤਾਂ ਸਬਜ਼ੀ, ਸਲਾਦ, ਫਰੂਟ ਹੋ ਗਿਆ। ਇਹ ਤਿੰਨੇ ਚੀਜ਼ਾਂ ਨਾਲ ਫੋੜੇ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਹੁੰਦਾ ਹੈ। ਰੋਟੀ ਚਾਹੇ ਸਾਰੀ ਉਮਰ ਨਾ ਖਾਓ, ਜੀ ਸਿਰਫ ਇਹ 3 ਚੀਜ਼ਾਂ ਨਾਲ ਹੀ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ। ਫੋੜੇ ਤੋਂ ਕੈਂਸਰ, ਜੀ ਚੋਂ ਅੱਜ ਤੇਰੀ ਤੇਜ਼ਾਬ ਵਾਲੀ ਹੈ, ਗੈਸ ਵਾਲੀ ਹੈ, ਇਹ ਤਾਂ ਲੰਡੂ ਬਿਮਾਰੀ ਹੈ। ਇਹਦਾ ਤੁਸੀਂ 15-21 ਦਿਨ ਇਮਾਨਦਾਰ ਨਾਲ ਕਰ ਲਓ, ਕੋਲੇ ਅਰਗੇ ਹੋ ਜਾਓਗੇ। ਕਿਸੇ ਡਾਕਟਰ ਕੋਲ ਆਉਣ ਦੀ ਲੋੜ ਹੀ ਨਹੀਂ ਸਮਝੇ। ਜੀ ਜੀ ਤਾਂ ਸਬਜ਼ੀ ਹੋ ਗਈ, ਸਲਾਦ ਤੇ ਫਰੂਟ, 3 ਚੀਜ਼ਾਂ ਹੋ ਗਈਆਂ। ਜੀ ਜੀ ਚੌਥੀ, ਰੋਟੀ ਜਿਹੜੀ ਖਾਣੀ ਹੈ ਸੂੜੇ ਵਾਲੀ ਖਾਣੀ ਹੈ, ਆਟਾ ਛਾਨਣਾ ਨਹੀਂ ਹੈ। ਜੀ ਆਪਾਂ ਕੀ ਕਰਦੇ ਹਾਂ? ਪਤਾ ਕਹਿੰਦੇ ਆ ਵੀ ਜਦੋਂ ਤੱਕ ਉਹਦੇ ਚ ਇੱਕ ਬਰੀਕ ਜਾਂ ਕੁਝ ਵੀ ਨਾ ਹੀ ਰਹੇ, ਜਮਾ ਮੈਦਾ ਨਿਕਲਿਆ ਹੋਇਆ ਆਟੇ ਦਾ। ਮੈਦਾ ਨਿਕਲਿਆ ਵੇ। ਛਾਣ ਦੇ ਵਿੱਚ 53% ਤਾਕਤ ਹੁੰਦੀ ਹੈ। ਜੀ ਉਹ ਕਿੱਥੇ ਜਾਂਦੀ ਹੈ? ਸਿੱਟ ਦਿੰਦੇ ਜੀ ਆਪਾਂ। ਆਪਣੇ ਪੱਲੇ 43 ਪੈਸੇ ਮੈਦਾ। ਮਰੀ ਹੋਈ ਅਨਾਜ, ਤੇ ਮਰੇ ਹੋਏ ਅਨਾਜ ਕੀ ਕਰੂਗਾ? ਤਾਂ ਸਬਜ਼ੀ, ਸਲਾਦ, ਫਰੂਟ, ਰੋਟੀ ਸੋੜੇ ਵਾਲੀ, ਜੀ। 4 ਚੀਜ਼ਾਂ ਹਰ ਬੰਦੇ ਨੂੰ ਖਾਣੀਆਂ ਚਾਹੀਦੀਆਂ। ਜੀ ਜੀ 5ਵੀਂ, ਦੁੱਧ, ਦਹੀਂ, ਲੱਸੀ। ਪਹਿਲੀ ਗੱਲ ਤਾਂ ਇਹ ਘਰੋਂ ਕੱਢ ਦਿਓ। ਇਹ ਗੱਲ ਤੁਹਾਡੇ ਜਾਂ ਸੁਣਨ ਵਾਲਿਆਂ ਦੇ ਹਜਮ ਨਹੀਂ ਆਉਣੀ। ਨਹੀਂ ਆਉਣੀ ਜੀ। ਇਹ ਤਾਂ ਗੱਲ ਅਸੀਂ ਸੱਚਮੁੱਚ ਹੀ ਹੈਰਾਨ ਕਰਤਾ, ਕਿਉਂ ਕਿਤੇ ਤਾਂ ਅਸੀਂ ਕਿੰਨੀ ਘਰ ਮੱਝ ਵੀ ਇਹ ਸੋਚ ਕੇ ਰੱਖਦੇ ਨੇ ਵੀ ਘਰ ਦਾ ਦੁੱਧ ਹੈਗਾ, ਚਾਹੇ ਕਿੰਨੇ ਹੀ ਔਖੇ ਹੋਈ ਜਾਣ। ਠੀਕ ਹੈ ਨਹੀਂ, ਕਿਉਂਕਿ ਇਹ 'ਚ 13ਵਾਂ ਰਤਨ ਗਿਣਿਆ ਗਿਆ। ਜੀ 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 ਇਹ 'ਚ ਕੈਲਸ਼ੀਅਮ ਹੁੰਦੀ ਹੈ, ਇਹ 'ਚ ਪ੍ਰੋਟੀਨ ਹੁੰਦੀ ਹੈ, ਇਹ ਹੱਡੀਆਂ ਵਾਸਤੇ ਜ਼ਰੂਰੀ ਹੈ, ਇਹ ਮੱਲਾਂ ਵਾਸਤੇ ਜ਼ਰੂਰੀ ਹੈ। ਠੀਕ ਹੈ ਨਹੀਂ। ਤੇ ਸਭ ਕੁਝ ਰੱਜ ਭਿੱਜ ਕੇ ਵੀ ਅਖੀਰ 'ਚ ਚਾਹੇ ਲੋੜ ਹੈ ਨਹੀਂ ਪੈਣ ਲੱਗੇ ਦੁੱਧ ਪੀ ਜਾਂਦੇ ਹਾਂ। ਸਹੀ ਗੱਲ ਹੈ ਨਵੀਆਂ ਖੋਜਾਂ ਮੁਤਾਬਕ ਇਹ ਨਿਰੀ ਮੌਤ ਹੈ, ਦੁੱਧ ਸਾਰਿਆਂ ਵਾਸਤੇ ਜ਼ਹਿਰ ਹੈ। ਜੀ। ਪਰ ਪਹਿਲੀ ਵਾਰ ਅਸੀਂ ਕਹਿੰਦੇ ਨਹੀਂ ਕਿਸੇ ਨੂੰ। ਪਹਿਲੀ ਵਾਰ ਤਾਂ ਅਸੀਂ ਲੈਕਚਰ ਦਿੰਦੇ ਵੀ ਆਹ 4 ਚੀਜ਼ਾਂ ਛੱਡ ਦੇ। ਜੀ ਦੁੱਧ ਬੇਟਾ ਇੱਕ ਵਾਰੀ ਪੀ, ਜਦੋਂ ਮਰਜ਼ੀ ਪੀ, ਘੱਟ ਪੀ, ਪਰ ਉਸ ਵੇਲੇ ਰੋਟੀ ਨਹੀਂ ਖਾਣੀ। ਯਾਨੀ ਕਿ
ਕਿੰਨਾ ਟਾਈਮ ਪਹਿਲਾਂ ਨਹੀਂ ਰੋਟੀ ਖਾਣੀ ਤੇ ਕਿੰਨਾ ਟਾਈਮ ਬਾਅਦ? ਜਦੋਂ ਦੁੱਧ ਪੀ ਲਿਆ ਤਾਂ 3 ਘੰਟੇ 'ਚ ਉਹਦਾ ਹਜਮਾ ਹੋਊਗਾ ਜੀ। ਤਾਂ ਰੋਟੀ ਕੈਂਸਰ ਹੈ। ਨਹੀਂ ਸਮਝੇ? ਤੇ ਇੱਥੇ ਕੀ ਹੈ, ਢਿੱਡ ਪਹਿਲਾਂ ਨਾਲ ਸਭ ਕੁਝ ਭਰ ਲਿਆ ਗੰਦਮਾਂ ਦੇ ਨਾਲ, ਤੇ ਪੈਣ ਵੇਲੇ ਤੇਲ ਮਾਰਤ ਨਾਲ ਦੁੱਧ ਪੀ ਕੇ ਪੈ ਜਾਂਦੇ ਆ। ਜੀ ਇਦਾਂ ਹੀ ਹੁੰਦਾ ਜੀ। ਨੀਰੀ ਮੌਤ। ਤਾਂ ਪਹਿਲੀਆ ਜਿਹੜਾ ਆਉਂਦਾ ਜੀ, ਹੁਣ ਅੱਜ ਤੁਹਾਨੂੰ ਮੈਂ ਕਹਿਤਾ ਵੀ ਜਿਸ ਉੱਥੋਂ ਨਹੀਂ ਸਰਦਾ ਤਾਂ ਭਾਈ ਤੇਲ ਮਾਰਤਨ 1 ਵਾਰ ਪੀ ਲਾ, ਉਦੋਂ ਰੋਟੀ ਛੱਡ ਦੇ। ਜੇ ਤੁਸੀਂ ਦੂਜੀ ਵਾਰ ਮਰੀਜ਼ ਆਉਂਦਾ, ਅਸੀਂ ਫਿਰ ਲੈਕਚਰ ਦਿੰਦੇ ਵੀ ਦੁੱਧ, ਦਹੀਂ, ਲੱਸੀ, ਮਲਾਈ, ਮੱਖਣੀ, ਘਿਓ ਘਰੋਂ ਕੱਢਦੇ। ਕੀ ਪਾਉਣੇ ਪਸ਼ੂਆਂ ਨੂੰ? ਆਪਣਾ ਹਰਾ ਚਾਰਾ ਜਿਹੜਾ ਖੇਤਾਂ ਦੇ ਵਿੱਚ ਹੁੰਦਾ ਇਹੀ ਹਰਾ ਚਾਰਾ ਖੇਤਾਂ 'ਚ ਹੁੰਦਾ, ਠੀਕ ਹੈ। ਹਰੇ ਚਾਰੇ ਨੂੰ ਕਿਵੇਂ ਪੈਦਾ ਕਰਦੇ ਹੋ? ਜਿਵੇਂ ਆਪਣੀ ਸਾਰੀਆਂ ਫਸਲਾਂ ਹੁੰਦੀਆਂ ਨੇ, ਬੀਜ ਤਾਂ ਯੂਰੀਆ ਪਾਤਾ, ਪਾਣੀ ਲਾਤਾ। ਹਾਂ, ਉਹ ਯੂਰੀਆ ਕਿੱਥੇ ਜਾਊਗਾ? ਹਰੇ ਚਾਰੇ 'ਚ ਹੀ। ਉਹ ਹਰਾ ਚਾਰਾ ਕਿੱਥੇ ਜਾਊ? ਪਸ਼ੂਆਂ ਦੇ ਅੰਦਰ। ਤੇ ਦੁੱਧ ਤੇ ਪਸ਼ੂਆਂ ਦਾ ਦੁੱਧ ਉਹੀ। ਯੂਰੀਆ ਵਾਲਾ। ਤੇ ਕੱਲਾ ਯੂਰੀਏ ਨਾਲ ਹੀ ਨਹੀਂ ਸਾਰਦੇ, ਹੋਰ ਕਿੰਨਾ ਕੁਛ ਪਾਇਆ ਹੁੰਦਾ ਹੈ। ਜੀ 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 ਜੀ। ਕੋਈ ਕੀਟਨਾਸ਼ਕ ਵਾਲੀ ਸਪਰੇਅ ਵੀ ਹੁੰਦੀ ਹੈਗੀ, ਉਹ ਵੀ ਫਿਰ ਉਧਰ ਜਾਊ। ਜੀ। ਨਹੀਂ ਸਮਝੇ? ਫਿਰ ਪਸ਼ੂ ਦੁੱਧ ਘੱਟ ਦਿੰਦੇ ਆ, ਦੁੱਧ ਜ਼ਿਆਦਾ ਕਿਵੇਂ ਲਿਆਉਂਦੇ ਹੋ? ਕਿਤੇ ਆ। ਹਾਰਮੋਨ ਦੇ ਟੀਕੇ ਲਾ ਕੇ। ਜੀ ਜੀ। ਉਹ ਹਾਰਮੋਨ ਅਨਸੈਸਰੀ ਦੁੱਧ ਜਾਂਦੇ ਆ, ਉਹ ਹਾਰਮੋਨ ਆਪਣੇ ਅੰਦਰ ਜਾਂਦੇ ਆ। ਫਿਰ ਪਸ਼ੂ ਨਵੇਂ ਦੁੱਧ ਹੁੰਦੇ ਆ, ਨਵਾਂ ਦੁੱਧ ਸਮਝ ਗਏ ਨਾ? ਜੀ ਜੀ ਜਦੋਂ ਉਹਨਾਂ ਨੂੰ ਇੱਛਾ ਹੁੰਦੀ ਹੈ ਗ੍ਰਸਤ ਕਰਨ ਦੀ, ਜੀ ਜੀ ਜੀ। ਤੇ ਉਦੋਂ ਆਪਾਂ ਉਹਨੂੰ ਪਸ਼ੂ ਕੋਲੇ ਲੈ ਕੇ ਜਾਂਦੇ ਆ, ਲੈ ਕੇ ਜਾਂਦੇ। ਹਸਪਤਾਲ 'ਚ ਲੈ ਜਾਂਦੇ ਆ। ਜੀ ਜੀ ਜੀ। ਕੀ ਲਵਾਉਣ? ਟੀਕਾ। ਠੀਕ ਆ ਜੀ। ਉਹ ਟੀਕੇ ਦੇ ਜਿਹੜੇ ਜਰਾਸੀਮ ਹੁੰਦੇ ਆ, ਉਹ ਅੱਧਾ ਘੰਟਾ ਜਿਉਂਦੇ ਹੁੰਦੇ ਆ ਬੀਰਜ ਦੇ, ਜੀ। ਚਾਹੇ ਬੰਦੇ ਦਾ ਤੇ ਚਾਹੇ ਜਾਨਵਰ ਦਾ। ਪਤਾ ਜੀ। ਉਹ ਕਹਿ ਸਾਲਾਂ ਦੇ ਸਾਂਭ ਕੇ ਰੱਖੇ ਹੋਏ ਆ, ਉਹ 'ਚ ਜ਼ਹਿਰਾਂ ਪਾਈਆਂ ਹੁੰਦੀਆਂ। ਜੀ। ਜਰਾਸੀਮ ਤਾਂ ਜਿਉਂਦੇ ਰਹਿ ਗਏ, ਤੇ ਉਹ ਜ਼ਹਿਰਾਂ ਕਿੱਥੇ ਜਾਣਗੀਆਂ? ਪਸ਼ੂ 'ਚ। ਪਸ਼ੂ ਜੀ। ਨਹੀਂ ਬੱਲੇ ਪਈ ਹੈ। ਸਮਝ ਗਈ। ਉਹ ਦੁੱਧ 'ਚ। ਇਹ ਤਾਂ ਉਹਦੀ ਕਹਾਣੀ ਆ, ਜਿਹੜੇ ਕਹਿੰਦੇ ਆ ਸਾਡੇ ਕੋਲ ਤਾਂ ਘਰ ਦਾ ਹੈ, ਤੇ ਜਿਹਦੇ ਕੋਲ ਘਰ ਦਾ ਨਹੀਂ ਹੈ ਉਹ ਦੁੱਧ ਕਿਵੇਂ ਬਣਦਾ? ਰੌਂਗਟੇ ਖੜੇ ਹੋ ਜਾਣਗੇ ਤੁਹਾਡੇ। ਰੰਗ ਉਹਨਾਂ 'ਚ ਪਾਇਆ ਜਾਂਦਾ ਜਿਹੜਾ ਪਲਾਸਟਿਕ ਪੇਂਟ ਹੁੰਦਾ ਹੈ, ਜੀ। ਪਲਾਸਟਿਕ ਨੂੰ ਘੋਲ ਕੇ ਪਾਇਆ ਜਾਂਦਾ ਹੈ, ਪਿਸ਼ਾਬ ਪਾਇਆ ਜਾਂਦਾ ਹੈ, ਗੋਹਾ ਪਾਇਆ ਜਾਂਦਾ ਹੈ, ਯੂਰੀਆ, ਪੋਟਾਸ਼ ਸਾਰਾ ਪਾਇਆ ਜਾਂਦਾ ਹੈ, ਤਾਂ ਕਿ ਦੁੱਧ ਦਾ ਵਪਾਰ ਚੱਲ ਪਏ। ਇਹ ਅਸੀਂ ਜਦੋਂ ਸੈਕਿੰਡ ਟਾਈਮ ਸਾਡੇ ਕੋਲ ਮਰੀਜ਼ ਆਉਂਦਾ ਉਦੋਂ ਦੱਸਦੇ ਹਾਂ। ਪਹਿਲੇ ਦਿਨ ਕਹਿੰਦੇ ਅੱਛਾ ਬਾਈ 4 ਚੀਜ਼ਾਂ ਹੀ ਛੱਡ ਦੋ। ਬਹੁਤ। 4 ਛੱਡ ਦੇ, ਤੇ 5ਵੀਂ ਜੇ ਪੀਣੀ ਹੈ ਤਾਂ ਉਦੋਂ ਰੋਟੀ ਛੱਡ ਦਿਓ। ਜੀ ਜੀ ਜੀ। ਠੀਕ। ਹੁਣ ਮੈਂਸ ਦੇ ਬੱਚਾ ਜੰਮ ਪਿਆ, ਸਾਰੀ ਉਮਰ ਪੀਂਦਾ ਵਾ? ਨਹੀਂ। ਖੁਦ ਮੈਂਸ ਦੁੱਧ ਦਿੰਦੀ ਹੈ, ਉਹ ਦੁੱਧ ਪੀਂਦੀ ਹੈ। ਆਪਾਂ ਗਾਂ ਰੱਖ ਲਈ, ਉਹ ਦੁੱਧ ਆਪਦੇ ਬਛੜੇ ਵਾਸਤੇ ਹੈ। ਜੀ। ਬਛੜੇ ਨੂੰ ਆਪਾਂ ਖਿੱਚ ਕੇ ਪਰੇ ਕਰ ਦਿੰਦੇ, ਆਪਾਂ ਚੋਣੇ ਆ। ਜੀ। ਆਪ ਦੁੱਧ ਪੀਂਦੀ ਆ ਉਹ। ਸ਼ੇਰ ਸਾਰੀ ਉਮਰ ਦੁੱਧ ਪੀਂਦਾ ਹੈ, ਘੋੜਾ ਦੁੱਧ ਪੀਂਦਾ ਹੈ। ਆਪਾਂ ਕੁੱਤੇ ਬਿੱਲੇ ਰੱਖਦੇ ਹੁੰਦੇ ਆ, ਜਿਹੜੇ ਉਹਨਾਂ ਨੂੰ ਆਪਾਂ ਜੇ ਨਾ ਸੰਗਲ ਲਾ ਕੇ ਰੱਖੀ, ਉਹ ਦੁੱਧ ਪੀਂਦੇ ਆ, ਆਪਾਂ ਪਿਓਨੇ ਆ। ਕੋਈ ਵੀ ਜਾਨਵਰ ਭਾਲ ਕੇ ਲਿਆ ਦੇ ਜਿਹੜਾ ਦੁੱਧ ਪੀਂਦਾ ਹੋਵੇ। ਆਹੀ ਬੰਦੇ ਕੋਲੇ ਬਿਮਾਰੀਆਂ ਸਭ ਤੋਂ ਜ਼ਿਆਦਾ ਆ ਗਈਆਂ ਜੀ ਦੂਜੇ ਜਾਨਵਰਾਂ ਨਾਲੋਂ। ਤੇ ਭਾਰਤ ਸਰਕਾਰ ਨੂੰ ਮਜਬੂਰ ਹੋ ਕੇ ਨੈਚੁਰੋਪੈਥੀ ਖੋਲ੍ਹਣਾ ਪਿਆ, ਜਿਸ 'ਚ ਸਭ ਤੋਂ 70% ਇਲਾਜ ਖੁਰਾਕ ਨਾਲ ਹੈ। ਵੀ ਆ 5 ਚੀਜ਼ਾਂ ਖਾ ਲਓ, 5 ਛੱਡ ਦਿਓ, ਅੱਜ ਤੋਂ ਬਾਅਦ ਤੁਹਾਡਾ ਖੂਨ ਗੰਦਾ ਨਹੀਂ ਬਣੂਗਾ। ਹੋਰ ਵੀ ਬੜੇ ਢੰਗ ਆ ਦੁੱਧ ਦੇ ਬਦਲਦੇ, ਤੇ ਕਿਸੇ ਨੂੰ ਕਾਮਨ ਜਿਹੀਆਂ ਗੱਲਾਂ ਦੱਸੀਆਂ। ਚਲੋ ਆਪਾਂ ਇੱਕ ਦਿਨ ਅਲੱਗ ਟੌਪਿਕ ਰੱਖਾਂਗੇ ਦੁੱਧ ਦੇ ਰਿਲੇਟਡ। ਕਿਸੇ ਰਿਲੇਟਡ ਰੱਖ ਲਿਓ, ਇਹ ਤਾਂ ਬੋਲਣਾ ਹੀ ਆ, ਲੋਕਾਂ ਨੂੰ ਜਾਗਰਤ ਕਰਨਾ ਹੈ। ਜੇ ਹੋ ਜੇ ਠੀਕ ਰਸੋਈ ਤਾਂ ਬਿਮਾਰ ਨਾ ਹੋਵੇ ਕੋਈ। ਤੇ ਡਾਕਟਰ ਸਾਹਿਬ ਉਸ ਤੋਂ ਬਾਅਦ ਜੇ ਮਰੀਜ਼ ਨੇ ਤੁਹਾਨੂੰ ਮਿਲਣਾ ਹੋਵੇ ਤਾਂ ਮਿਲਣ ਦਾ ਸਮਾਂ ਤੁਹਾਡੇ ਕੋਲ ਕਿਹੜਾ ਹੁੰਦਾ, ਤੇ ਕਿਹੜੇ ਦਿਨ ਆ ਜਿਹੜਾ ਮਰੀਜ਼ ਮਿਲ ਸਕਦਾ? ਕਿਉਂਕਿ ਬਹੁਤ ਗੱਲਾਂ ਹੁੰਦੀਆਂ ਨੇ ਜਿਹੜੀਆਂ ਮਨ ਦੇ ਵਿੱਚ, ਬਹੁਤ ਸਾਰੇ ਸਵਾਲਾਂ ਦੇ ਜਵਾਬ ਤਾਂ ਆਪਾਂ ਅੱਜ ਦੇ ਵੀ ਦਿੱਤੇ, ਤਾਂ ਮਰੀਜ਼ ਦੇ ਮਨ 'ਚ ਕੁਝ ਹੋਰ ਵੀ ਸਵਾਲ ਹੋਣਗੇ। ਕਿਹੜੇ ਦਿਨ ਤੁਹਾਨੂੰ ਮਿਲ ਕੇ ਉਹ ਗੱਲਬਾਤ ਕਰ ਸਕਦੇ ਨੇ? ਦੇਖੋ, ਵੀਰਵਾਰ ਨੂੰ ਬੰਦ ਹੁੰਦਾ ਹਸਪਤਾਲ। ਜੀ ਜੀ ਜੀ। ਬਾਕੀ ਦਿਨਾਂ 'ਚ ਜਿਹੜਾ ਮਰੀਜ਼ ਲਗਭਗ 8, 8:30 ਵਜੇ ਤੱਕ ਆ ਜਾਂਦਾ, ਉਹਨੂੰ ਦੇਖ ਲਿਆ ਜਾਂਦਾ ਹੈ ਸਵੇਰ ਦੇ ਜੀ। ਸਵੇਰ ਦੇ। ਜੀ ਜੀ। ਮੈਂ ਵੈਸੇ ਜਨਰਲੀ 5 ਮਰੀਜ਼ ਹੀ ਨਵੇਂ ਦੇਖਣੇ ਹੁੰਦੇ ਆ, ਪੁਰਾਣੇ ਮਰੀਜ਼ਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਜੀ ਜੀ। ਪਰ ਫਿਰ ਵੀ ਡਾਕਟਰ ਮਨਿੰਦਰ ਸਿੰਘ ਜੀ ਆ, ਜਿਹੜੇ ਕਿ ਹੈੱਡ ਹੈ, ਮੇਨ ਹੈ ਨੇਚਰੋਪੈਥੀ ਦੇ ਮਾਹਰ ਡਾਕਟਰ। ਜੀ ਜੀ। ਡਾਕਟਰ ਮਨਿੰਦਰ ਸਿੰਘ ਜੀ ਵਿਰਕ ਹੈ, ਨੇਚਰੋਪੈਥੀ ਦੇ ਯੋਗਾ ਦੇ ਮਾਹਰ ਹੈ। ਜੀ।
ਉਹਨਾਂ ਦੀ ਧਰਮ ਪਤਨੀ ਹੈ ਡਾਕਟਰ ਸ਼ਿਵਾਂਗੀ ਜੀ ਵਿਰਕ, ਉਹ ਵੀ ਨੇਚਰੋਪੈਥੀ ਦੇ ਮਾਹਰ ਹੈ, 5 ਸਾਲ ਦਾ ਕੋਰਸ ਕੀਤਾ ਹੋਇਆ, ਜੀ ਉਹ ਦੇਖਦੇ ਆ। ਜੀ ਠੀਕ ਹੈ, ਸੀਰੀਅਸ ਕੇਸਾਂ ਨੂੰ ਮੈਂ ਦੇਖ ਲੈਂਦਾ। ਜੀ ਤਾਂ ਜਨਰਲੀ ਹੁੰਦੇ ਵੀ ਵੀਰਵਾਰ ਦਾ ਦਿਨ ਨਾ ਹੋਵੇ, ਬਾਕੀ ਦਿਨਾਂ 'ਚ ਜਿਹੜਾ ਪਹਿਲਾਂ ਆ ਜਾਂਦਾ 8 ਵਜੇ ਤੱਕ ਉਹਨਾਂ ਦਾ ਨੰਬਰ ਲੱਗ ਜਾਂਦਾ, ਦੂਜੇ ਨੂੰ ਅਸੀਂ ਕਹਿੰਦੇ ਭਾਈ ਦੂਜੇ ਦਿਨ ਆ ਜਾਓ। ਜੀ ਕਈ ਦੂਰੋਂ ਆਏ ਹੁੰਦੇ ਆ, ਕੋਈ ਦਿੱਲੀ, ਕਲਕੱਤਾ, ਬੰਬੇ, ਮਦਰਾਸ, ਕਾਨਪੁਰ ਜਾਂ ਇੱਧਰੋਂ ਹਰਿਆਣੇ 'ਚੋਂ ਆਏ ਹੁੰਦੇ ਆ, ਕੋਈ ਸ਼ਿਮਲੇ 'ਚੋਂ ਆਏ ਹੁੰਦੇ, ਉਹਨਾਂ ਨੂੰ ਅਸੀਂ ਇੱਕ ਦਿਨ ਰਾਤ ਨੂੰ ਰੱਖਣ ਦਾ ਪ੍ਰਬੰਧ ਕਰ ਦਿੰਦੇ ਹਾਂ, ਦੂਜੇ ਦਿਨ ਪਹਿਲ 'ਚ ਦੇਖਿਆ ਜਾਂਦਾ ਜੀ। ਜੀ ਕਹਿਣਾ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਵੀ ਸਾਡੇ ਕੋਲੇ ਆਉਂਦਾ ਹੈ, ਇੱਕ ਤਾਂ ਉਹਦੇ ਕੋਲੇ 2 ਤੌਲੀਏ ਤੇ ਅੰਡਰਵੀਅਰ ਨੀਕਰ ਨਾਲ ਹੋਵੇ ਉਹਦੇ। ਜੀ ਦੂਸਰਾ, ਹੁਣ ਤੱਕ ਜਿੰਨੇ ਵੀ ਉਹਨੇ ਟੈਸਟ ਕਰਾਏ ਆ ਜੀ ਉਹ ਸਾਰੇ ਕੋਲੇ ਹੋਣ। ਜੀ ਜਿਹੜੀ ਵੀ ਦਵਾਈ ਖਾਂਦਾ ਉਹ ਕੋਲ ਹੋਵੇ, ਜੀ ਖਾਲੀ ਪੇਟ ਨਾ ਆਵੇ, ਜੀ ਜੋ ਕੁਛ ਖਾਂਦਾ ਖਾਂਦੇ ਪੀਂਦਾ ਖਾ ਕੇ ਆਵੇ। ਜੀ ਬਸ ਆਹ ਮੁੱਢਲੀਆਂ ਲੋੜਾਂ। ਜਦੋਂ ਮਰੀਜ਼ ਆਉਂਦਾ ਅਸੀਂ ਦੇਖ ਕੇ, ਜੇ ਕੋਈ ਨਵੀਂ ਜਾਂਚ ਪੜਤਾਲ ਦੀ ਲੋੜ ਹੈ ਅਸੀਂ ਟੈਸਟ ਲਿਖ ਦਿੰਦੇ ਹਾਂ, ਬੰਦਾ ਦੁਬਾਰਾ ਕਰਾ ਲੈਂਦਾ। ਜੀ ਜੇ ਨਵੀਂ ਜਾਂਚ ਪੜਤਾਲ ਦੀ ਲੋੜ ਨਹੀਂ ਤਾਂ ਉਹਨੂੰ ਉੱਦਾਂ ਹੀ ਦੱਸ ਦਿੱਤਾ ਜਾਂਦਾ, ਭਾਈ ਤੈਨੂੰ ਇੰਨੇ ਵਾਰ ਆਉਣਾ ਪਊਗਾ, ਜੀ ਇੰਨੇ ਦਿਨਾਂ ਬਾਅਦ ਆਉਣਾ ਪਊਗਾ, ਉਹਨੂੰ ਦਾਖਲ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ, ਜੀ ਜੇ ਦਾਖਲ ਹੈ ਤਾਂ ਕਦੋਂ ਕਰੀਏ, ਕਿੰਨੇ ਦਿਨ ਵਾਸਤੇ ਕਰੀਏ, ਜਾਂ ਉਹਦੀ ਜ਼ਰੂਰਤ ਹੀ ਨਹੀਂ ਹੈ। ਜੀ ਇਹ ਸਾਰਾ ਫੈਸਲਾ ਮਿਲ ਕੇ ਦੀਆਂ ਉਹਦੀ ਰਿਪੋਰਟਾਂ ਦੇਖ ਕੇ ਪਤਾ ਲੱਗਦਾ ਹੈ ਜੀ। ਸੋ ਦੋਸਤੋ, ਕਿਸੇ ਨੇ ਵੀ ਸੰਪਰਕ ਕਰਨਾ ਗਾ, ਡਾਕਟਰ ਸਾਹਿਬ ਦੇ ਨੰਬਰ ਨੇ ਜਿਹੜੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋਗੇ। ਤੇ ਇੱਥੇ ਆਉਣ ਦਾ ਜਿਹੜਾ ਤੁਸੀਂ ਸਵੇਰੇ 8 ਵਜੇ ਤੱਕ ਕੋਸ਼ਿਸ਼ ਕਰਿਓ ਆਉਣ ਦੀ, ਕਿਉਂਕਿ ਡਾਕਟਰ ਸਾਹਿਬ ਕੋਲ ਮਰੀਜ਼ ਨੇ ਜਿਹੜੇ 8 ਵਜੇ ਤੱਕ ਕਾਫੀ ਆ ਜਾਂਦੇ ਨੇ। ਤੇ ਜੇਕਰ ਕੋਈ ਦੂਰ ਦਾ ਗਾ ਲੇਟ ਵੀ ਹੋ ਜਾਂਦਾ ਤਾਂ ਡਾਕਟਰ ਸਾਹਿਬ ਕੋਲ ਇਸ ਹਸਪੀਟਲ ਦੇ ਵਿੱਚ ਰਹਿਣ ਦਾ ਪ੍ਰਬੰਧ ਆ ਜਿਹੜਾ ਉਹ ਕੀਤਾ ਗਿਆ। ਬਾਕੀ ਤੁਹਾਨੂੰ ਦੱਸਿਆ ਕਿ ਜਿਹੜੀ ਚੀਜ਼ ਆ ਉਹ ਤੁਸੀਂ ਨਾਲ ਲੈ ਕੇ ਆਉਣੀ ਹੈ।